ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਸਭ ਥੇ ਸਿਉ ਚਿਤ ਨ ਲਾਵਈ, ਜਿਤ ਸੁਖ ਵਸੈ ਮਨ ਆਏ। ਤਾਮਸ ਲਾਗਾ ਸਦਾ ਫਿਰੈ, ਅਹਨਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਏ, ਕਹਿਣਾ ਕਿਛੁ ਨ ਜਾਏ। ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਪ੍ਰਕਾਸ਼ ਰੂਪੀ ਸਤਿਗੁਰ ਦੇ ਨਾਲ ਚਿੱਤ ਨਹੀਂ ਲੱਗਦਾ, ਉਨੀ ਦੇਰ ਤੱਕ ਇਹ ਜਗਤ ਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ ਸਰੀਰ ਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਸਤਿਗੁਰ ਪ੍ਰਕਾਸ਼ ਰੂਪ ਨੇ, ਉਹਨਾਂ ਦਾ ਵਰਣਨ ਸਾਨੂੰ ਧੰਨ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ। ਉਹ ਵਰਣਨ ਦੱਸਦੇ ਆ ਵੀ ਜਿੰਨੀ ਦੇਰ ਤੱਕ ਤੁਸੀਂ ਉਸ ਪ੍ਰਕਾਸ਼ ਸਤਿਗੁਰ ਜੋਤ ਦੇ ਨਾਲ ਆਪਦੀ ਸੁਰਤੀ ਨੂੰ ਜੋੜ ਨਹੀਂ ਲੈਂਦੇ, ਦਰਸ਼ਨ ਨਹੀਂ ਕਰ ਲੈਂਦੇ, ਮਹਾਰਾਜ ਕਹਿੰਦੇ ਸਭ ਦੇ ਸਿਉ ਚਿਤ ਨਾ ਲਾਵੇ, ਜਿਤ ਸੁਖ ਵਸੈ ਮਨ ਆਏ। ਉਸ ਸ਼ਬਦ ਸੱਚੇ ਸ਼ਬਦ ਨਾਲ ਚਿੱਤ ਨਹੀਂ ਲਾਉਂਦੇ, ਉਨੀ ਦੇਰ ਤੱਕ ਮਨ ਸੁਖ ਵਿੱਚ ਨਹੀਂ ਆਉਂਦਾ। ਸ਼ਬਦ ਨਾਲ ਉਹ ਚਿੱਤ ਲਾਉਂਦਾ ਹੈ ਜੋ ਜੀਵ ਹੁਕਮ ਵਿੱਚ ਰਹਿਣ ਦਾ ਆਦੀ ਹੋ ਜਾਂਦਾ ਹੈ। ਸਤਿਗੁਰ ਦੀ ਸੇਵਾ ਉਹ ਕਰ ਸਕਦਾ ਹੈ ਜੋ ਜੀਵ ਪਹਿਲਾਂ ਸ਼ਬਦ ਦੀ ਕਾਲਨਾ ਕਾਲਦਾ ਹੈ। ਜਿਸ ਜੀਵ ਦੇ ਵਿੱਚ ਦਇਆ, ਧਰਮ, ਨਿਮਰਤਾ, ਸਹਿਨਸ਼ੀਲਤਾ ਆ ਜਾਂਦੀ। ਦਇਆ, ਨਿਮਰਤਾ, ਧਰਮ, ਸਹਿਨਸ਼ੀਲਤਾ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਦੇਵ ਮਾਤਾ, ਗੁਰਦੇਵ ਪਿਤਾ। ਸਭ ਤੋਂ ਪਹਿਲਾਂ ਜਿਹੜਾ ਜੀਵ ਜਿਸ ਮਾਤਾ ਦੇ ਗਰਭ ਦੇ ਵਿੱਚੋਂ ਬੱਚੇ ਨੇ ਜਨਮ ਲਿਆ ਹੈ, ਜਿਸ ਪਿਤਾ ਦੇ ਰਕਤ ਤੋਂ ਉਸ ਦਾ ਸਰੀਰ ਤਿਆਰ ਹੋਇਆ ਹੈ, ਮਾਤਾ ਅਤੇ ਪਿਤਾ ਦੇ ਹੁਕਮ ਦੇ ਵਿੱਚ ਰਹਿ ਕੇ ਜਿਹੜਾ ਜੀਵ ਪਲਦਾ ਹੈ, ਉਹਦੀ ਸਿੱਖਿਆ ਉੱਥੋਂ ਅੱਗੇ ਸ਼ੁਰੂ ਹੁੰਦੀ ਹੈ। ਜਿਸ ਜੀਵ ਨੇ ਮਾਤਾ ਅਤੇ ਪਿਤਾ ਦਾ ਹੁਕਮ ਨਹੀਂ ਕਮਾਇਆ, ਮਾਤਾ ਅਤੇ ਪਿਤਾ ਤੋਂ ਆਕੀ ਹੋ ਕੇ ਚੱਲਦਾ ਰਿਹਾ, ਆਪਦੀ ਸਾਰੀ ਉਮਰ ਮਾਤਾ ਅਤੇ ਪਿਤਾ ਦੇ ਹਿਰਦੇ ਨੂੰ ਸ਼ਾਂਤ ਨਹੀਂ ਦੇ ਸਕਿਆ, ਉਹ ਕਦੇ ਵੀ ਗੁਰੂ ਵਾਲਾ ਨਹੀਂ ਬਣ ਸਕਦਾ। ਕਿਉਂਕਿ ਮਾਤਾ ਜਿੰਨਾ ਪਿਆਰ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਆਪਾਂ ਇਤਿਹਾਸਕ ਤੌਰ ਤੇ ਵੀ ਜਾਂ ਵੈਸੇ ਵੀ ਆਪਾਂ ਗੱਲ ਕਹੀਏ ਤਾਂ ਸਾਨੂੰ ਮਹਾਰਾਜ ਦੱਸਦੇ ਨੇ ਵੀ ਪਰਮੇਸ਼ਰ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦਾ, ਇਸ ਕਰਕੇ ਉਹਨੇ ਮਾਤਾ ਬਣਾਈ। ਜੋ ਮਾਤਾ ਦੇ ਦਿਲ ਦੀ ਰੱਖਿਆ ਨਹੀਂ ਕਰ ਸਕਦਾ, ਜੋ ਜੀਵ ਦੁਨਿਆਵੀ ਤੌਰ ਤੇ ਪਿਤਾ ਦੇ ਹੁਕਮ ਨੂੰ ਨਹੀਂ ਮੰਨਦਾ, ਤੀਜੀ ਥਾਂ ਤੇ ਆਉਂਦਾ ਟੀਚਰ, ਅਧਿਆਤਮਿਕ ਟੀਚਰ, ਜਿਨ੍ਹੇ ਸਾਨੂੰ ਸਤਿਗੁਰ ਦਾ ਹੁਕਮ ਦੇਣਾ ਹੁੰਦਾ, ਜਿਨ੍ਹੇ ਸਾਨੂੰ ਸਤਿਗੁਰ ਦਾ ਸ਼ਬਦ ਦ੍ਰਿੜ ਕਰਾਉਣਾ ਹੁੰਦਾ। ਤੇ ਜਿਹੜਾ ਮਾਤਾ ਪਿਤਾ ਦੇ ਹੁਕਮ ਦੇ ਵਿੱਚ ਨਹੀਂ ਚੱਲਿਆ, ਮਾਤਾ ਨੂੰ ਤੂੰ ਕਹਿੰਦਾ, ਪਿਤਾ ਨੂੰ ਤੂੰ ਕਹਿੰਦਾ, ਉਹ ਟੀਚਰ ਤੂੰ ਕਿੱਥੋਂ ਭਾਉ ਮੰਨੇਗਾ? ਉਹ ਟੀਚਰ ਨੂੰ ਵੀ ਤੂੰ ਆਖੇਗਾ। ਕਿਉਂ? ਉਹਨੇ ਮਾਤਾ ਦੀਆਂ ਲਾਹਨਤਾਂ ਵੀ ਖੱਟੀਆਂ, ਪਿਤਾ ਦੀਆਂ ਲਾਹਨਤਾਂ ਵੀ ਖੱਟੀਆਂ, ਤੇ ਟੀਚਰ ਦਾ ਉਹ ਕਦੋਂ ਸੱਕਾ ਬਣਿਆ? ਟੀਚਰ ਤੋਂ ਵੀ ਪਾਸੇ ਹਟ ਜਾਏਗਾ। ਹੁਣ ਕਿਉਂ ਹੋ ਜਾਏਗਾ? ਕਿਉਂਕਿ ਮਹਾਰਾਜ ਕਹਿੰਦੇ ਤਾਮਸ ਲੱਗਾ ਸਦਾ ਫਿਰੈ। ਉਸ ਦਾ ਮਨ ਜਿਹੜਾ ਹੈ ਸਤਿਗੁਰ ਦੇ ਨਾਲ, ਬੇਸ਼ੱਕ ਜਿੰਨਾ ਮਰਜ਼ੀ ਉਸ ਨੂੰ ਪ੍ਰਚੰਡ ਗਿਆਨ ਮਿਲ ਜਾਵੇ, ਬੇਸ਼ੱਕ ਜਿੰਨਾ ਮਰਜ਼ੀ ਉਹਨੂੰ ਪ੍ਰਤੱਖ ਅਕਾਲ ਪੁਰਖ ਦਰਸ਼ਨ ਹੋ ਕੇ ਦੇ ਦੇਣ, ਜਿੰਨੀ ਦੇਰ ਤੱਕ ਸਾਡੇ ਵਿੱਚ ਦਇਆ, ਨਿਮਰਤਾ, ਸਹਿਨਸ਼ੀਲਤਾ, ਜਤ, ਸਤ, ਸੰਜਮ, ਜੋ ਸਾਨੂੰ ਮਾਤਾ ਪਿਤਾ ਦੀ ਗੁੜਤੀ ਵਿੱਚੋਂ ਮਿਲਦੇ ਨੇ। ਸਾਨੂੰ ਮਾਤਾ ਸਿਖਾਉਂਦੀ ਹੈ ਵੀ ਤੂੰ ਨਾਮ ਜਪਣਾ ਹੈ, ਸਹਿਜ ਦੇ ਵਿੱਚ ਵਿਚਰਨਾ ਹੈ। ਪਿਤਾ ਸਾਨੂੰ ਸਿਖਾਉਂਦਾ ਹੈ ਵੀ ਤੂੰ ਦੁਨੀਆਦਾਰੀ ਦੇ ਵਿੱਚ ਕਿਵੇਂ ਵਿਚਰਨਾ ਹੈ। ਉੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ।
ਤੇ ਮਾਤਾ ਪਿਤਾ ਦਾ ਕਰਜ਼ ਅਸੀਂ ਸਾਰੀ ਉਮਰ ਨਹੀਂ ਉਤਾਰ ਸਕਦੇ, ਕਿਉਂਕਿ ਉਹਨਾਂ ਜਿਸ ਤਰ੍ਹਾਂ ਸਾਨੂੰ ਪਾਲਿਆ, ਜਿਸ ਤਰ੍ਹਾਂ ਉਹਨਾਂ ਦੇ ਮਾਸ ਦੇ ਵਿੱਚੋਂ ਸਾਡਾ ਮਾਸ ਤਿਆਰ ਹੋਇਆ, ਤੇ ਅਖੀਰ ਤੱਕ ਆਉਂਦਿਆਂ ਹੋਇਆਂ ਵੀ ਅਸੀਂ ਬੇਸ਼ੱਕ ਉਹ ਸਾਨੂੰ ਖਰਵੇ ਬਚਨ, ਕੌੜੇ ਬਚਨ ਹੀ ਬੋਲਦੇ ਰਹਿਣ, ਪਰ ਫਿਰ ਵੀ ਅਸੀਂ ਉਹਨਾਂ ਦੇ ਅੱਗੋਂ ਨਹੀਂ ਬੋਲ ਸਕਦੇ, ਕਿਉਂਕਿ ਉਹਨਾਂ ਦਾ ਦੇਣ ਬੜਾ ਵੱਡਾ ਹੁੰਦਾ, ਬੋਲ ਨਹੀਂ ਸਕਦੇ, ਬਿਲਕੁਲ ਨਹੀਂ ਬੋਲ ਸਕਦੇ। ਇੱਕ ਰਿਸ਼ਤੇ ਦੀ ਮਰਿਆਦਾ ਹੈ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਇਸ ਤਰ੍ਹਾਂ ਦਾ ਹੁਕਮ ਕਮਾਉਂਦਾ ਹੈ, ਦਇਆ, ਨਿਮਰਤਾ, ਸਹਿਨਸ਼ੀਲਤਾ ਦੇ ਵਿੱਚ ਆਉਂਦਾ, ਉਹੀ ਸਤ ਸੰਗਤ ਦੇ ਵਿੱਚ ਹੁਕਮ ਕਮਾਉਂਦਾ ਹੈ। ਉਹ ਸਤਸੰਗ ਦੇ ਵਿੱਚ ਆ ਕੇ, ਕਿਉਂਕਿ ਉਹਦਾ ਮਨ ਜਿਹੜਾ ਹੈ ਵਿੰਨਿਆ ਹੁੰਦਾ ਹੈ, ਮਾਤਾ ਪਿਤਾ ਨੇ ਵਿੰਨਿਆ ਹੁੰਦਾ ਹੈ, ਟੀਚਰ ਦਾ ਡਰ ਹੁੰਦਾ ਹੈ, ਫਿਰ ਉਹ ਡਰ ਤੇ ਭਉ ਦੇ ਵਿੱਚ, ਡਰ ਤੇ ਅਤੇ ਭਾਉ ਦੇ ਵਿੱਚ, ਭਉ ਅਤੇ ਭਾਉ ਦੇ ਵਿੱਚ ਆ ਕੇ ਸਤਿਗੁਰ ਦੀ ਸੇਵਾ ਕਰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਸੁਰਤੀ ਸਾਡੀ ਦੋ ਤਰੀਕਿਆਂ ਦੇ ਨਾਲ ਇਕੱਠੀ ਹੁੰਦੀ ਆ, ਇੱਕ ਹੁੰਦਾ ਹੈ ਭਉ, ਇੱਕ ਹੁੰਦਾ ਹੈ ਭਾਉ। ਧਿਆਨ ਸਾਡਾ, ਜਿਹੜਾ ਮਨ ਸਾਡਾ ਹੈ, ਉਹ ਦੋ ਤਰੀਕਿਆਂ ਨਾਲ ਹੀ ਭਗਤੀ ਵਿੱਚ ਲੱਗ ਸਕਦਾ ਹੈ, ਤੀਸਰਾ ਕੋਈ ਤਰੀਕਾ ਨਹੀਂ। ਪਹਿਲਾ ਤਰੀਕਾ ਹੈ ਭਉ, ਡਰ। ਜਦੋਂ ਸਾਡਾ ਮਨ ਮਹਿਸੂਸ ਕਰ ਲੈਂਦਾ ਹੈ ਵੀ ਮੈਨੂੰ ਜਮਾਂ ਦੀ ਤਸ਼ੱਦਦ ਦੇ ਵਿੱਚੋਂ ਲੰਘਣਾ ਪਏਗਾ, ਕਿਵੇਂ ਮੇਰੇ ਉੱਤੇ ਭਵਜਲ ਦੇ ਵਿੱਚ ਕਸ਼ਟ ਦਿੱਤਾ ਜਾਂਦਾ ਹੈ, ਕਿਵੇਂ ਦਿਨ ਰਾਤ ਜਮ ਮੈਨੂੰ ਕੁੱਟ ਰਹੇ ਆ, ਮੇਰਾ ਅੰਮ੍ਰਿਤ ਲੁੱਟਦੇ ਪਏ ਆ, ਜਦੋਂ ਉਹ ਦੁਨਿਆਵੀ ਤੌਰ ਤੇ ਜਿਹੜੇ ਦੁੱਖਾਂ ਦੀ ਉਹਨੂੰ ਕਸਵੱਟੀ ਲਾਈ ਜਾਂਦੀ, ਉਹਦੇ ਤੋਂ ਡਰ ਜਾਂਦਾ, ਉਸ ਵਕਤ ਉਹ ਭਗਤੀ ਕਰਦਾ। ਤੇ ਜਦੋਂ ਡਰ ਕੇ ਉਹ ਭਗਤੀ ਕਰਨੀ ਸ਼ੁਰੂ ਕਰ ਦਿੰਦਾ ਹੈ, ਅਭਿਆਸ ਕਰਨਾ ਸ਼ੁਰੂ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ, ਤਿਤ ਭੁੱਖੈ ਖਾਏ ਚਲਿਆ ਦੋ। ਜਦੋਂ ਡਰ ਦੇ ਵਿੱਚ ਭਾਵੇਂ ਭਗਤੀ ਸ਼ੁਰੂ ਕਰ ਦੇਵੇ, ਉਹ ਭਗਤੀ ਕਰਦਿਆਂ ਜਿਵੇਂ ਅਸੀਂ ਘਰ ਦੇ ਵਿੱਚ ਇੱਕ ਕੋਈ ਵਫਾਦਾਰ ਜਾਨਵਰ ਰੱਖ ਲਈਏ, ਕੋਈ ਕੁੱਤਾ ਰੱਖ ਲਈਏ, ਬਿੱਲੀ ਰੱਖ ਲਈਏ, ਉਹਨੂੰ ਵੀ 2 ਟਾਈਮ ਰੋਟੀ ਖਵਾਉਂਦਿਆਂ, ਕੋਈ ਦੁੱਧ ਲੱਸੀ ਪਾਉਂਦਿਆਂ ਉਹਦੇ ਨਾਲ ਵੀ ਪਿਆਰ ਪੈ ਜਾਂਦਾ। ਸਾਡਾ ਮਨ ਜਿਹੜੀ ਅਵਸਥਾ ਨੂੰ ਦ੍ਰਿੜ ਕਰਦਾ ਹੈ, ਉਸੇ ਨਾਲ ਸਹਿਜ ਸੁਭਾਏ ਉਹ ਮੋਹ ਪਾ ਲੈਂਦਾ। ਇਸ ਕਰਕੇ ਪਹਿਲੀ ਸਟੇਜ ਤੇ ਸਾਡਾ ਸ਼ਬਦ ਦੇ ਨਾਲ ਮੋਹ ਨਹੀਂ ਹੁੰਦਾ। ਪਹਿਲੀ ਸਟੇਜ ਤੇ ਅਸੀਂ ਡਰ ਵਿੱਚ ਆ ਕੇ, ਲੋਭ ਵਿੱਚ ਆ ਕੇ, ਲਾਲਚ ਵਿੱਚ ਆ ਕੇ, ਆਪਦੀਆਂ ਦੁਨਿਆਵੀ ਜ਼ਰੂਰਤਾਂ ਪੂਰੀਆਂ ਕਰਨ ਕਰਕੇ, ਬਹੁਤੇ ਗੁਰਮੁਖ, ਸਾਰੇ ਨਹੀਂ ਬਹੁਤੇ, ਤਾਂ ਹੀ ਆਪਾਂ ਨਾਮ ਜਪਦੇ ਹਾਂ, ਤਾਂ ਹੀ ਆਪਾਂ ਬਾਣੀ ਪੜ੍ਹਦੇ ਹਾਂ। ਫਿਰ ਜਦੋਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਹੌਲੀ ਹੌਲੀ ਸਾਡਾ ਸੱਚੇ ਪਾਤਸ਼ਾਹ ਦੇ ਨਾਮ ਸ਼ਬਦ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਂਦਾ। ਕੁਝ ਗੁਰਮੁਖ ਹੁੰਦੇ ਨੇ ਜਿਹੜੇ ਪਿੱਛੋਂ ਯੁਗਾਂ ਦੀ ਭਗਤੀ ਕਰਦੇ ਆਉਂਦੇ ਪਏ ਨੇ, ਪਿੱਛੋਂ ਨਾਮ ਸ਼ਬਦ ਦਾ ਪ੍ਰੈਕਟੀਕਲ ਕਰਦੇ ਉਹ ਲਗਾਤਾਰ ਸਫ਼ਰ ਕਰਦੇ ਤੁਰੇ ਆਉਂਦੇ ਆ। ਉਹ ਗੁਰਮੁਖ ਜਿਹੜੇ ਆ, ਜਦੋਂ ਇਸ ਸੰਸਾਰ ਦੇ ਵਿੱਚ ਆਉਂਦੇ ਨੇ, ਉਹ ਭਉ ਦੀ ਜਗ੍ਹਾ ਭਗਤੀ ਸ਼ੁਰੂਆਤ ਭਾਉ ਤੋਂ ਕਰਦੇ ਨੇ, ਪਿਆਰ ਤੋਂ ਕਰਦੇ ਨੇ। ਉਹਨਾਂ ਦੇ ਮਨ ਦੇ ਵਿੱਚ ਪੁਰਬਲਾ ਜਿਹੜਾ ਨਾਮ ਧਨ ਜਪਿਆ ਹੁੰਦਾ, ਉਹ ਪ੍ਰੇਮ ਉਮਾਹੜਾ ਕਰਦਾ ਹੈ, ਪ੍ਰੇਮ ਦੀਆਂ ਤਰੰਗਾਂ ਉੱਠਦੀਆਂ ਨੇ, ਤੇ ਉਹ ਖੋਜ ਦੇ ਵਿੱਚ, ਆਪਦੇ ਪ੍ਰੇਮ ਦੇ ਵਸ ਆ ਕੇ ਖੋਜ ਵਿੱਚ ਨਿਕਲਦੇ ਨੇ। ਹੁਣ ਜਾਂ ਤਾਂ ਪਿਆਰ ਹੋਵੇਗਾ ਤਾਂ ਆਪਾਂ ਇੱਕ ਜਗ੍ਹਾ ਤੇ ਸੁਰਤੀ ਇਕੱਠੀ ਹੋ ਜਾਂਦੀ, ਤੇ ਜਾਂ ਡਰ ਹੋਵੇਗਾ ਤਾਂ ਵੀ ਸਾਡਾ ਧਿਆਨ ਇਕੱਠਾ ਹੋ ਜਾਏਗਾ। ਇਸ ਕਰਕੇ ਭਉ ਤੇ ਭਾਉ ਇਹ ਦੋਨੋਂ ਨੇ। ਭਉ ਬਿਨ ਭਗਤ ਨਾ ਉਪਜੈ। ਭਉ ਤੇ ਭਾਉ ਦੇ ਦੋਨਾਂ ਦੇ ਨਾਲ ਹੀ ਡਰ ਤੇ ਪਿਆਰ ਦੋਨੋਂ ਹੀ ਮਾਲਕ ਦੇ ਪ੍ਰਤੀ ਆਪਾਂ ਨੂੰ ਹੋਣੇ ਬਹੁਤ ਜ਼ਰੂਰੀ ਨੇ। ਡਰ ਇਸ ਕਰਕੇ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ। ਡਰ ਤਾਂ ਇਹੀ ਆ ਵੀ ਜੇ ਪਰਮੇਸ਼ਰ ਤੋਂ, ਕਹਿੰਦੇ ਪਰਮੇਸ਼ਰ ਤੇ ਵਿਛੜਿਆ ਵਿਆਪਣ ਸਭੇ ਰੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਆਪਾਂ ਪਰਮੇਸ਼ਰ ਨੂੰ ਭੁੱਲ ਜਾਾਂਗੇ, ਬੜੇ ਬੜੇ ਰੋਗ ਲੱਗ ਜਾਂਦੇ ਨੇ, ਜਿਨ੍ਹਾਂ ਨੂੰ ਕਹਿੰਦੇ ਮਾਨਵ ਦੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਦੁਨਿਆਵੀ ਵੈਦਾਂ ਕੋਲ ਉਹਨਾਂ ਦੀ ਦਵਾਈ ਨਹੀਂ ਹੁੰਦੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਜਿਹੜੀ ਕਸਵੱਟੀ ਭਗਤੀ ਦੀ ਸਾਨੂੰ ਲਾਉਂਦੇ ਪਏ ਨੇ, ਇਹ ਸਾਰੀ ਸਹਿਜ ਦੀ ਕਸਵੱਟੀ ਲਾਉਂਦੇ ਪਏ ਆ। ਮਹਾਰਾਜ ਕਹਿੰਦੇ ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ, ਗੁਰਦੁਆਰੇ ਹੋਏ ਕੇ ਸਾਹਿਬ ਸਮਾਲੇ ਹੋ। ਸਾਹਿਬ ਸਦਾ ਹਜ਼ੂਰ ਹੈ, ਭਰਮੇ ਕੇ ਛੋੜ ਕੱਟ ਕੇ ਅੰਤਰ ਜੋਤ ਤਰਿਓ। ਕਹਿੰਦੇ ਸਤਿਗੁਰ ਨੇ ਇਹ ਬਚਨ ਕੀਤਾ ਹੈ, ਗੁਰਦੁਆਰੇ ਦੇ ਵਿੱਚ ਬੈਠ ਕੇ ਤੇ ਸਾਹਿਬ ਦੀ ਸੇਵਾ ਕਰੋ। ਤੇ ਮਹਾਰਾਜ ਕਹਿੰਦੇ ਉਹ ਗੁਰਦੁਆਰਾ ਤੇ ਉਹ ਸਾਹਿਬ ਸਦਾ ਹਜ਼ੂਰ ਹੈ। ਜਿਹੜੇ ਭਰਮ, ਜਿਹੜਾ ਸਾਨੂੰ ਵਿਚਾਰ ਫੁਰਨੇ ਆਉਂਦੇ ਨੇ ਨਾ,
ਕਹਿੰਦੇ ਉਹਨਾਂ ਭਰਮ ਦੇ ਫੁਰਨਿਆਂ ਨੂੰ ਪਾਸੇ ਕਰਕੇ ਸਾਹਿਬ ਸਦਾ ਹਜੂਰ ਹੈ, ਭਰਮੇ ਕੇ ਛੋੜ ਕੱਟ ਕੇ ਅੰਤਰ ਜੋਤ ਤਰਿਓ। ਅੰਤਰਗਤ ਆਪਦੀ ਜੋਤ ਨੂੰ ਪਛਾਣ ਕੇ ਉਸਦੇ ਮਾਲਕ ਦੀ ਜੋਤ ਦੇ ਸਨਮੁਖ ਹੋ ਜਾਓ। ਇਹ ਸਤਿਗੁਰ ਦਾ ਹੁਕਮ। ਤੇ ਗੁਰਦੁਆਰਾ ਕਿਹੜੀ ਅਵਸਥਾ ਨੂੰ ਕਿਹਾ? ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਕੇ ਸਹਿਜ ਦੇ ਵਿੱਚ ਚਾਹੇ ਨੇਤਰ ਖੋਲ ਕੇ ਬੈਠੀਏ, ਚਾਹੇ ਅੰਤਰਗਤ ਬੈਠੀਏ, ਜਦੋਂ ਸਾਨੂੰ ਅੰਦਰੋਂ ਛੈਣੇ ਵੱਜਦੇ ਸੁਣਦੇ ਨੇ, ਕੀਰਤਨ ਹੁੰਦਾ, ਨਾਹਤ ਦਾ ਸੁਣਦੇ ਨੇ, ਉਹ ਗੁਰਦੁਆਰਾ। ਕੁਛ ਗੁਰਮੁਖੀ ਨੇ ਜਿਹੜੇ ਗੁਰਦੁਆਰੇ ਜਾਂਦੇ ਨੇ, ਬਾਕੀ ਦੁਨਿਆਵੀ ਬਾਹਰ ਤੀਰਥਾਂ ਦੇ ਤੁਰੇ ਫਿਰਦੇ। ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰਦੁਆਰਾ ਉੱਥੋਂ ਸ਼ੁਰੂ ਹੁੰਦਾ ਹੈ ਜਦੋਂ ਨਾਮ ਜਪ ਜਪ ਕੇ ਆਪਣੇ ਅੰਦਰ ਅਨਾਹਤ ਬਾਣੀ ਦੀਆਂ ਧੁਨਾਂ ਪ੍ਰਗਟ ਹੋ ਜਾਂਦੀਆਂ ਨੇ। ਸਦਾ ਕੀਰਤਨ ਹੁੰਦਾ ਰਹਿੰਦਾ ਉੱਥੇ। ਜਦੋਂ ਥੋੜਾ ਜਿਹਾ ਸਿਮਰਨ ਕਰਕੇ ਗੁਰਮੁਖ ਅੰਤਰਗਤ ਸੁਰਤੀ ਕੰਨਾਂ ਵਿੱਚ ਲੈ ਕੇ ਜਾਂਦੇ ਨੇ, ਉਹ ਨਾਮ ਦੀਆਂ ਧੁਨਾਂ ਪ੍ਰਗਟ ਹੁੰਦੀਆਂ ਨੇ। ਜਿਵੇਂ ਸਾਡੇ ਦੁਨਿਆਵੀ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਜਾਈਏ, ਮੰਦਿਰ ਵਿਖੇ ਜਾਈਏ, ਉੱਥੇ ਧੂਫ ਅਗਰਬੱਤੀ ਲੱਗੀ, ਇਸੇ ਤਰੀਕੇ ਜਦੋਂ ਨਾਮ ਦੀ ਧੁਨ ਸੁਣਦੀ ਹੈ, ਨਾਲੋਂ ਨਾਲ ਖੁਸ਼ਬੂਆਂ ਚੱਲ ਪੈਂਦੀਆਂ ਨੇ ਇੱਥੋਂ ਨਾਸਕਾ ਦੇ ਵਿੱਚੋਂ। ਹੁਣ ਉਸ ਗੁਰਦੁਆਰੇ ਵਿੱਚ ਬੈਠ ਕੇ ਜਿੱਥੇ ਕੀਰਤਨ ਹੋ ਰਿਹਾ, ਹਰ ਕੀ ਕਥਾ ਅਨਾਹਤ ਬਾਣੀ, ਕਥਾ ਹੋ ਰਹੀ ਅਨਾਹਤ ਬਾਣੀ ਦੀ, ਤੇ ਜਿੱਥੇ ਖੁਸ਼ਬੂ ਚੱਲਦੀ ਪਈ ਹੈ, ਜਿੱਥੇ ਸਤਿਗੁਰ ਦਾ ਪ੍ਰਕਾਸ਼ ਹੈ, ਉੱਥੇ ਧਿਆਨ ਰੂਪ ਹੋ ਕੇ ਗੁਰਦੁਆਰੇ ਹੋਏ ਕੇ ਸਾਹਿਬ ਸੰਭਾਲਿਓ। ਗੁਰਦੁਆਰੇ ਵਿੱਚ ਬੈਠ ਜਾਣਾ। ਕਿਹੜਾ ਗੁਰਦੁਆਰਾ? ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਜਿਹੜਾ ਤੁਹਾਡੇ ਸਰੀਰ ਦੇ ਵਿੱਚ ਮੈਂ ਗੁਰਦੁਆਰਾ ਬਣਾਇਆ, ਉੱਥੇ ਅੰਤਰਗਤ ਜਾ ਕੇ ਪੂਜਾ ਕਰਨੀ ਹੈ। ਜਿਹੜੀ ਅੰਤਰਗਤ ਮਸਤਕ ਦੇ ਉੱਪਰ ਜੋਤ ਦੇ ਦਰਸ਼ਨ ਤੁਸੀਂ ਕਰਦੇ ਹੋ, ਉਹਦੇ ਸਨਮੁਖ ਬੈਠ ਕੇ ਨਾਮ ਜਪਣਾ ਹੈ ਤੇ ਨਾਮ ਸੁਣਨਾ ਹੈ। ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਅੰਤਰਗਤ ਬੈਠ ਕੇ, ਅੰਤਰਗਤ ਤੀਰਥ ਮਲ ਨਾ ਹੋ, ਅੰਤਰਗਤ ਵਾਲੇ ਗੁਰਦੁਆਰੇ ਵਿੱਚ ਜਾਣਾ ਆਪਾਂ। ਜਿਵੇਂ ਗੁਰਦੁਆਰੇ ਭਾਵਨਾ ਦੇ ਨਾਲ ਬੈਠ ਕੇ, ਬੜੇ ਪਿਆਰ ਨਾਲ ਬੈਠ ਕੇ ਤੁਸੀਂ ਸ਼ਬਦਾਂ ਨੂੰ ਸੁਣੋਗੇ, ਜੋਤ ਦੇ ਸਨਮੁਖ ਬੈਠ ਕੇ ਨਾਮ ਜਪੋਗੇ, ਤੇ ਕਹਿੰਦੇ ਤੁਹਾਡਾ ਉਵੇਂ ਉਵੇਂ ਇਹ 10ਵਾਂ ਘਰ ਆਪਣੇ ਆਪ ਹੀ ਖੁੱਲਦਾ ਜਾਏਗਾ। ਤੇ ਕਹਿੰਦੇ ਸਤਿਗੁਰ ਕਾ ਭਾਣਾ ਚਿੱਤ ਰੱਖੋ, ਸੰਜਮ ਸੱਚਾ ਨਿਓ, ਨਾਨਕ ਇੱਥੇ ਸੁਖੈ ਅੰਦਰ ਰਖਸੀ, ਅੱਗੇ ਹਰਿ ਸਿਉ ਕੇਲ ਕਰਿਓ। ਸਤਿਗੁਰ ਦਾ ਭਾਣਾ ਮੰਨ ਕੇ ਬੜੀ ਸਹਿਜ ਦੇ ਵਿੱਚ ਅਸੀਂ ਵਿਚਰਨਾ। ਅਸੀਂ ਆਪ ਦੇ ਔਗਣਾਂ ਨੂੰ ਚਿਤਾਰਨਾ ਵੀ ਸਾਡੇ ਵਿੱਚ ਕਿਹੜੇ ਕਿਹੜੇ ਔਗਣ ਨੇ ਜਿਹੜੇ ਸਾਨੂੰ ਨਾਮ ਨਹੀਂ ਜਪਣ ਦਿੰਦੇ। ਸਾਡੇ ਵਿੱਚ ਕਿਹੜੀਆਂ ਕਮੀਆਂ ਨੇ ਜਿਹੜੀਆਂ ਸਾਨੂੰ ਸੰਗਤ ਦੇ ਵਿੱਚ ਜਾਣ ਤੋਂ ਰੋਕਦੀਆਂ ਨੇ। ਸਾਡੇ ਵਿੱਚ ਕਿਹੜੇ ਔਗਣ ਨੇ ਜੋ ਅਸੀਂ ਔਗਣਾ ਕਰਕੇ ਅਭਿਆਸ ਕਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ। ਸਹਿਜ ਦੇ ਵਿੱਚ ਅਸੀਂ ਪ੍ਰੈਕਟੀਕਲ ਨਹੀਂ ਕਰ ਸਕਦੇ। ਸਾਰੀ ਕਹਾਣੀ ਸੁਣ ਕੇ ਵੀ ਆਪਾਂ ਪ੍ਰੈਕਟੀਕਲ ਨਹੀਂ ਕਰਦੇ। ਸਾਰੀ ਕਹਾਣੀ ਸੁਣ ਕੇ ਵੀ ਆਪਾਂ ਨਾਮ ਨਹੀਂ ਜਪਦੇ। ਇਹ ਔਗਣ ਨੇ ਸਾਡੇ ਵਿੱਚ। ਉਹ ਆਪ ਦਾ ਸ਼ੀਸ਼ਾ ਆਪ ਵੇਖਣਾ। ਜਦ ਉਹ ਔਗਣ ਪਤਾ ਕਿਵੇਂ ਲੱਗਣ? ਜਦੋਂ ਆਪਾਂ ਨਾਮ ਜਪਦੇ ਆ ਨਾ, ਥੋੜਾ ਜਿਹਾ ਵੀ ਨਾਮ ਜਪੀਏ, ਉਹ ਔਗਣ ਵਿਚਾਰਾਂ ਰੂਪੀ ਵਿੱਚ ਸਾਡੇ ਸਾਹਮਣੇ। ਬਾਹਰ ਗੱਡੀ ਹੋਣੀ, ਪਾਸੇ ਕਰ ਦਿਓ, ਗੱਡੀ ਖੜੀ ਕਰੋ। ਉਹ ਔਗਣ ਜਿਹੜੇ ਆ ਉਹ ਵਿਚਾਰਾਂ ਰੂਪ ਦੇ ਵਿੱਚ ਸਾਹਮਣੇ ਸਾਡੇ ਆ ਕੇ ਉਹ ਵਿਚਾਰਾਂ ਦੇ ਰੂਪ ਵਿੱਚ ਸਿੱਧੇ ਹੀ ਪ੍ਰਗਟ ਹੋ ਜਾਂਦੇ ਆ। ਉਹ ਕਹਿੰਦੇ ਆ ਵੀ ਆ ਇਸ ਤਰ੍ਹਾਂ ਹੈ ਜੀ, ਆ ਇਸ ਤਰ੍ਹਾਂ ਜੀ। ਜਿਹੜਾ ਸਾਡਾ ਔਗਣ ਹੈ ਉਹਦੀ ਪਛਾਣ ਕਿਵੇਂ ਕਰੀਏ? ਥੋੜਾ ਜਿਹਾ ਨਾਮ ਜਪ ਕੇ ਵੇਖ ਲਓ, ਜਿਹੜੇ ਤੁਹਾਡੇ ਮੁੱਖ ਔਗਣ ਨੇ ਉਹੀ ਫੁਰਨੇ ਆਉਣਗੇ। ਜਿਹੜਾ ਤੁਹਾਡਾ ਔਗਣ ਹੈ ਨਾ, ਤੁਸੀਂ ਥੋੜਾ ਜਿਹਾ ਨਾਮ ਜਪੋਗੇ, ਉਸੇ ਟਾਈਮ ਉੱਠ ਖਲੋਵੇਗਾ ਵੀ ਆਹ ਵੀ ਕਰਨਾ ਸੀ, ਆਹ ਵੀ ਕਰਨਾ ਸੀ। ਉਹਦੀ ਫਿਰ ਪਛਾਣ ਕਰੋ ਭਈ ਇਹ ਤ੍ਰਿਸ਼ਨਾ ਉੱਠੀ ਏ, ਲੋਭ ਉੱਠਿਆ, ਕਾਮ ਉੱਠਿਆ, ਆਲਸ ਉੱਠਿਆ, ਅਗਿਆਨਤਾ ਉੱਠੀ ਏ, ਭਰਮ ਉੱਠਿਆ ਹੈ, ਕ੍ਰੋਧ ਉੱਠਿਆ। ਕਿਹੜਾ ਹੈ ਜਿਹੜਾ ਉੱਠਿਆ, ਜਿਹੜਾ ਮੈਨੂੰ ਰੋਕਣ ਲੱਗਾ? ਪਰ ਅਸੀਂ ਦੂਸਰੇ ਦੇ ਔਗਣ ਚਤਾਰਦੇ ਹਾਂ, ਦੂਸਰੇ ਦਾ ਸ਼ੀਸ਼ਾ ਅਸੀਂ ਕਰਦੇ ਹਾਂ। ਅਸੀਂ ਆਪਦੇ ਮਾਤਾ ਪਿਤਾ ਦੇ ਔਗਣ ਦੇਖਦੇ ਹਾਂ, ਭੈਣਾਂ ਭਾਈਆਂ ਦੇ ਔਗਣ ਦੇਖਦੇ ਹਾਂ, ਆਸ ਪੜੋਸੀਆਂ ਦੇ ਔਗਣ ਦੇਖਦੇ ਹਾਂ, ਆਪਦੇ ਨਾਲ ਇਰਦ ਗਿਰਦ ਵਾਲੇ ਦੇਖਦੇ ਵੀ ਇਹਦੇ ਚਾਹ ਕਮੀ, ਇਹਦੇ ਚਾਹ ਕਮੀ। ਤੇ ਅਸੀਂ ਆਪਦੇ ਜਦੋਂ ਔਗਣਾਂ ਨੂੰ ਚਤਾਰਾਂਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕਾ ਭਾਣਾ ਚਿੱਤ ਰੱਖੋ, ਸੰਜਮ ਸੱਚਾ ਕਰਿਓ। ਸਹਿਜ ਦੇ ਵਿੱਚ ਜਦੋਂ ਅਸੀਂ ਆ ਜਾਵਾਂਗੇ। ਹੁਣ ਮਹਾਰਾਜ ਕਹਿੰਦੇ ਇਸ ਤਰੀਕੇ ਜਿਹੜੇ ਗੁਰਮੁਖ ਚੱਲਦੇ ਆ, ਜਿਹੜਾ ਇਸ ਤਰ੍ਹਾਂ ਆਪਦੇ ਆਪ ਨੂੰ ਅਭਿਆਸ ਕਰਕੇ ਆਪਦੇ ਆਪੇ ਦੀ ਪੜਚੋਲ ਕਰ ਲੈਂਦਾ ਹੈ, ਆਪਦੇ ਅੰਦਰ ਦਇਆ, ਨਿਮਰਤਾ, ਸਹਿਨਸ਼ੀਲਤਾ ਦੇ ਗੁਣ ਪ੍ਰਗਟ ਕਰ ਲੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਨੂੰ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਬੜੇ ਬੜੇ ਫਿਰਦੇ ਆ, ਰਾਮ ਰਾਮ ਚਿੱਤ ਕਰਦੇ, ਬੜੇ ਬੜੇ ਫਿਰਦੇ ਆ ਗਿਆਨ ਕਰਦੇ,
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੇ ਨਾ ਪਾਈਆ, ਕਿਤੇ ਨਾ ਲਿਆ ਜਾਏ। ਸਿੱਧਾ ਨਹੀਂ ਮਿਲਦਾ। ਸਿੱਧਾ ਜੇ ਮਿਲੇ ਫਿਰ ਤਾਂ ਗੁਰੂ ਦਾ ਕਨਸੈਪਟ ਵੀ ਖਤਮ, ਸਤਿਗੁਰ ਦਾ ਕਨਸੈਪਟ ਵੀ ਖਤਮ, ਗਿਆਨ ਵੀ ਖਤਮ, ਧਿਆਨ ਵੀ ਖਤਮ। ਜਿਹੜਾ ਕਿਹੜਾ ਜਦੋਂ ਦਿਲ ਕਰੇਗਾ ਆਵਾਜ਼ ਮਾਰ ਲਏਗਾ। ਹੈ ਤਾਂ ਪ੍ਰਗਟ ਹੀ ਹੈ, ਸਾਰਿਆਂ ਦੀ ਆਵਾਜ਼ਾਂ ਸੁਣਦਾ ਵੀ ਰੱਬਾ ਆ ਜਾ। ਜਦੋਂ ਦਿਲ ਹੋਵੇਗਾ ਉਹਦੇ ਨਾਲ ਆਖੇਗਾ ਵੀ ਚਲਾ ਜਾ, ਜਦੋਂ ਦਿਲ ਹੋਵੇਗਾ ਆ ਜਾ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਦੇ ਕੋਲ ਆਉਂਦੇ ਹਾਂ ਜਿਹੜੇ ਸਾਡੇ ਹੋ ਜਾਂਦੇ ਨੇ, ਤੇ ਸਾਡੇ ਹੋ ਕੇ ਉਹ ਮੁੜ ਕੇ ਆਪਾ ਨਹੀਂ ਵਿਚਾਰਦੇ, ਆਪਾ ਨਹੀਂ ਚਿਤਾਰਦੇ, ਅਸੀਂ ਉਹਨਾਂ ਕੋਲ ਆਉਂਦੇ ਹਾਂ। ਕਹਿੰਦੇ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਪਹਿਲਾਂ ਤਾਂ ਆਪ ਦਾ ਮਰਨਾ ਕਬੂਲ ਕਰੋ, ਆਪ ਦੇ ਅੰਦਰ ਦੀ ਪੜਚੋਲ ਕਰੋ, ਆਪ ਦੇ ਔਗਣਾਂ ਨੂੰ ਦੇਖੋ। ਤੇ ਕਹਿੰਦੇ ਜੀਵਨ ਦੀ ਆਸ, ਜੀਵਨ ਅਸੀਂ ਆਸਾਂ ਰੱਖਦੇ ਹਾਂ, ਸਾਡਾ ਜੀਵਨ ਆਹ ਸੁੱਖ ਹੋਣਾ ਚਾਹੀਦਾ, ਸਾਡੇ ਜੀਵਨ ਵਿੱਚ ਆਹ ਸਹੂਲਤਾਂ ਹੋਣੀਆਂ ਚਾਹੀਦੀਆਂ, ਸਾਡੇ ਜੀਵਨ ਦੀਆਂ ਆਹ ਰੁਕਾਵਟਾਂ ਪੂਰੀਆਂ ਹੋਣੀਆਂ ਚਾਹੀਦੀਆਂ। ਕਹਿੰਦੇ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿਉਂਕਿ ਮਹਾਰਾਜ ਕਹਿੰਦੇ ਇਹ ਮਨ ਇਹ ਧਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ, ਟੋਟਾ ਮੂਲ ਨਾ ਆਵੇ, ਲਾਹਾ ਸਦ ਹੀ ਹੋਏ, ਖਾਧੇ ਖਰਚੀਏ ਟੋਟ ਨਾ ਆਵੇ, ਸਦਾ ਸਦਾ ਉਹਦੇ। ਜਦੋਂ ਨਾਮ ਦੇ ਨਿਧਾਨ ਵਿੱਚ, ਜਿਵੇਂ ਹੁਣ ਗੁਰਮੁਖ ਵਿਚਾਰ ਕਰਦੇ ਪਏ ਸੀ, ਕਿਸੇ ਸੰਤਾਂ ਦੀ ਗੱਲ ਚੱਲਦੀ ਪਈ ਸੀ, ਕਹਿੰਦੇ ਵੀ ਉਹਨਾਂ ਨੂੰ ਗੁਰਮੁਖ ਕਹਿੰਦੇ ਵੀ ਤੁਸੀਂ ਸਾਨੂੰ ਦਰਸ਼ਨ ਕਿਉਂ ਨਹੀਂ ਦਿੰਦੇ, ਸਾਡੇ ਨਾਲ ਗੱਲਬਾਤ ਘੱਟ ਹੀ ਕਰਦੇ ਹੋ, ਜ਼ਿਆਦਾ ਅੰਤਰ ਹੀ ਰਹਿੰਦੇ ਹੋ, ਗੱਲਬਾਤ ਨਹੀਂ ਕਰਦੇ। ਕਹਿੰਦੇ ਉਹ ਕਹਿੰਦੇ ਵੀ ਪਹਿਲਾਂ ਮੈਂ ਆਪ ਥੋੜੇ ਦਿਨ ਲਾ ਕੇ ਕੋਈ ਮਾੜੀ ਮੋਟੀ ਆਪ ਦੀ ਕਮਾਈ ਕਰਾਂ, ਤਾਂ ਹੀ ਮੈਂ ਤੁਹਾਨੂੰ ਦੱਸਾਂਗਾ, ਤੇ ਜੇ ਮੇਰੇ ਪੱਲੇ ਹੀ ਨਹੀਂ ਕੁਛ ਹੈਗਾ ਤਾਂ ਮੈਂ ਤੁਹਾਨੂੰ ਦੱਸਾਂਗਾ ਕੀ ਕਥਾ ਕਰਾਂਗਾ। ਮੈਨੂੰ ਕਹਿੰਦੇ ਕਥਾ ਹੀ ਨਹੀਂ ਆਉਂਦੀ, ਮੈਨੂੰ ਕੋਈ ਗੱਲਬਾਤ ਹੀ ਨਹੀਂ ਆਉਂਦੀ। ਉੱਥੇ ਸਾਡੀ ਗੱਲ ਚੱਲਦੀ ਪਈ ਸੀ, ਕਹਿੰਦੇ ਖਾਧਾ ਖਰਚੀਏ ਟੋਟ ਨਾ ਆਵੇ, ਸਦਾ ਸਦਾ ਉਹਦੇ, ਉਹ ਸਹਿਸਾ ਮੂਲ ਨਾ ਹੋਈ ਹਾਲਤ ਕਦੇ ਨਾ। ਜੋ ਅਨਾਹਦ ਸ਼ਬਦ ਹੈ, ਇਸ ਦੇ ਵਿੱਚ ਇੰਨੀ ਪਾਵਰ ਹੈ, ਜੇ ਆਪਾਂ ਇਸ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਵਿਸਾ ਇੱਕ ਚੱਸਾ ਪਰ ਵੀ ਬੈਠ ਜਾਈਏ, ਆਪਾਂ ਦੇਖੀਏ ਵੀ 3 ਮਿੰਟ ਵੀ ਆਪਾਂ ਜੇਕਰ ਬੈਠ ਜਾਈਏ ਸ਼ਬਦ ਨੂੰ ਇੱਕ ਚਿਤ ਹੋ ਕੇ, ਜਦੋਂ ਸਾਡੇ ਅੰਦਰ ਜੋਤ ਰਸ ਪ੍ਰਗਟ ਹੋ ਜਾਂਦੀ ਹੈ, 3 ਮਿੰਟ ਵੀ ਆਪਾਂ ਸਹਿਜ ਧੁੰਨ ਦੇ ਵਿੱਚ ਬੈਠ ਜਾਈਏ, ਉਹਦੇ ਇੱਕ ਫੋਰੇ ਭਰ ਦੇ ਵਿੱਚ ਵੀ, ਜਦੋਂ ਸਹਿਜ ਧੁੰਨ ਅਸੀਂ ਸੁਣਦੇ ਹਾਂ ਨਾ, ਉਹਦੇ ਇੱਕ ਫੋਰੇ ਭਰ ਦੇ ਵਿੱਚ 1 ਘੰਟੇ ਦਾ ਗਿਆਨ ਪ੍ਰਗਟ ਹੋ ਜਾਂਦਾ, ਇੱਕ ਫੋਰੇ ਭਰ ਦੇ ਵਿੱਚ। ਜਦੋਂ ਅਸੀਂ ਸ਼ਬਦ ਸੁਣਦੇ ਹਾਂ, ਆਪਾਂ ਜਦੋਂ ਸ਼ਬਦ ਸੁਣਦੇ ਬੈਠਦੇ ਹਾਂ ਨਾ, ਉਸ ਸ਼ਬਦ ਦੇ ਵਿੱਚੋਂ ਜਿਹੜਾ ਇੱਕ ਫੋਰਾ ਆਉਂਦਾ ਹੈ, ਉਹ ਫੋਰੇ ਦੇ ਵਿੱਚ ਜਿਹੜਾ ਆਪਾਂ ਦੁਨੀਆ ਦੇ ਵਿੱਚ ਵਰਤਾਂਤ ਕਰਕੇ ਦੱਸਦੇ ਹਾਂ, ਤੇ ਭਾਵੇਂ ਘੰਟੇ ਕਿ ਭਾਵੇਂ 2 ਘੰਟੇ ਉਸ ਫੋਰੇ ਨੂੰ ਹੀ ਬਿਆਨ ਕਰੀ ਜਾਈਦਾ, ਇੰਨਾ ਗਿਆਨ। ਅਸੀਂ ਇਹਨਾਂ ਨਾਲ ਵਿਚਾਰ ਕਰਦੇ ਸੀ, ਮੈਂ ਕਿਹਾ ਕੀ ਹੁੰਦਾ ਵੀ ਉਹ ਅੰਦਰੋਂ ਨਾਮ ਸ਼ਬਦ ਧੁੰਨ ਜਿਹੜਾ ਹੈ, ਜਿਹਦੇ ਵਿੱਚੋਂ ਸਾਰਾ ਵਿਸਮਾਦੀ ਗਿਆਨ ਪ੍ਰਗਟ ਹੁੰਦਾ ਪਿਆ, ਉਹਦੇ ਨਾਲ ਸੁਰਤ ਨਹੀਂ ਜੁੜੀ, ਅੰਮ੍ਰਿਤ ਰਸ ਦੇ ਨਾਲ ਸੁਰਤ ਨਹੀਂ ਜੁੜੀ। ਇਸ ਕਰਕੇ ਸੰਗਤ ਦਾ ਇਕੱਠ ਤਾਂ ਬਹੁਤ ਹੋ ਜਾਂਦਾ, ਮੁੜ ਕੇ ਲੋੜ ਪੈ ਜਾਂਦਾ। ਉਹ ਕਾਇਦੇ ਪੜ੍ਹੇ ਹੁੰਦੇ, ਜਿਹੜੀ ਕਿਤਾਬਾਂ ਪੜ੍ਹੀਆਂ ਹੁੰਦੀਆਂ, ਜਾਂ ਜਿਹੜਾ ਹੋਰ ਅਗਿਆਨਤਾ ਦੇ ਵਸ ਆ ਕੇ, ਜਾਂ ਭਰਮ ਦੇ ਇੱਧਰ ਉੱਧਰ ਮੁਖ ਤੇ ਪੜ੍ਹਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਹਿੜ। ਜਿਹੜੇ ਟੀਕੇ ਸਹਿਤ ਪੜ੍ਹੇ ਹੁੰਦੇ ਨੇ, ਉਹ ਪੜ੍ਹ ਪੜ੍ਹ ਕੇ ਸੁਣਾਉਣੇ ਬੜੇ ਔਖੇ ਨੇ, ਕਥਾ ਕਰਨੀ ਬੜੀ ਔਖੀ ਲੱਗਦੀ ਹੈ। ਜਿਹੜਾ ਅੰਦਰੋਂ ਭਿੱਜਿਆ ਨਹੀਂ ਹੁੰਦਾ ਨਾ, ਉਹਨੂੰ ਡਰ ਹੁੰਦਾ ਵੀ ਮੈਂ ਕੋਈ ਮਾੜੀ ਮੋਟੀ ਵੀ ਸਿਆਰੀ ਬਿਹਾਰੀ ਇੱਧਰ ਗਲਤ ਨਾ ਬੋਲ ਜਾਂ, ਅੱਖਰ ਕੋ ਵਾਧਾ ਘਾਟਾ ਨਾ ਬੋਲ ਜਾਂ। ਉਹਨੂੰ ਦੂਜਿਆਂ ਦੇ ਪ੍ਰਤੀ ਬੜਾ ਸੰਸਾ ਹੁੰਦਾ ਵੀ ਮੈਂ ਜੇ ਬੋਲ ਗਿਆ ਤੇ ਮੈਂ ਮਸ਼ਹੂਰ ਬੜਾ, ਮੇਰੀ ਵੀ ਕੀ ਗੱਲ ਹੋਵੇਗੀ। ਉਹਨੂੰ ਗਿਣ ਤੋਲ ਕੇ ਮਾਪ ਤੋਲ ਕੇ ਬੋਲਣਾ ਪੈਂਦਾ। ਹੁਣ ਜਿਹੜੇ ਤੁਹਾਡੇ ਵਰਗੇ ਗੁਰਮੁਖ ਨੇ, ਤੁਸੀਂ ਨਾਮ ਸ਼ਬਦ ਦਾ ਅਭਿਆਸ ਕਰਦੇ ਹੋ, ਤੁਸੀਂ ਟੀਕੇ ਸਹਿਤ ਉਧਰਲੇ ਪਾਸੇ ਜਾਣਾ ਹੀ ਨਹੀਂ, ਤੁਸੀਂ ਗੱਲ ਹੀ ਮਨ ਦੀ ਕਰਦੇ ਹੋ ਵੀ ਤੁਸੀਂ ਮਨ ਵਸ ਕਰ ਲਿਆ। ਪੰਜਾਂ ਦੂਤਾਂ ਦੇ ਵਿਚਾਰ ਰੁਕ ਗਏ ਨੇ। ਆਪਣੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ, ਆਪਣੀ ਕਥਾ ਹੀ ਇੱਥੋਂ ਸ਼ੁਰੂ ਹੁੰਦੀ ਹੈ ਵੀ ਅਭਿਆਸ ਕਰਕੇ ਅੰਮ੍ਰਿਤ ਰਸ ਕਿਵੇਂ ਲੈਣਾ, ਅਭਿਆਸ ਕਰਕੇ ਮਨ ਨੂੰ ਸਹਿਜ ਕਿਵੇਂ ਲੈ ਕੇ ਜਾਣਾ। ਅਸੀਂ ਆਪਾਂ ਗੱਲ ਹੀ ਜੁਗਤ ਦੀ ਕਰਦੇ ਹਾਂ, ਕਿਉਂਕਿ ਇੱਕ ਕਥਾ ਹੁੰਦੀ ਹੈ ਗਿਆਨ ਦੀ, ਇੱਕ ਕਥਾ ਹੁੰਦੀ ਹੈ ਜੋ ਕਰਾਮਾਤਾਂ ਦੀ, ਇੱਕ ਕਥਾ ਹੁੰਦੀ ਹੈ ਕੋਈ ਇਤਿਹਾਸ ਦੀ। ਇਹ ਕਥਾ ਹੈ ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਵਾਣ। ਇਹ ਮਿਲਾਪ ਦੀ ਪ੍ਰੈਕਟੀਕਲ ਦੀ ਕਥਾ ਹੈ। ਤੇ ਜਦੋਂ ਤੁਸੀਂ ਆਪ ਸਹਿਜ ਘਰ ਦੇ ਵਿੱਚ ਬੈਠੇ ਹੋ, 10ਵੇਂ ਘਰ ਦੇ ਵਿੱਚ ਬੈਠ ਕੇ ਨਾਮ ਧੁਨ ਸੁਣਦੇ ਹੋ, ਜੋ ਤੁਹਾਡਾ ਉੱਥੇ ਅਨੁਭਵ ਬਣਨਾ ਹੈ
ਜਿਵੇਂ ਤੁਹਾਨੂੰ ਅੰਮ੍ਰਿਤ ਰਸ ਨੇ ਮਹਿਸੂਸ ਹੋਣਾ ਹੈ, ਜੋ ਤੁਸੀਂ ਖੰਡ ਬ੍ਰਹਿਮੰਡ ਦੇ ਵਿੱਚ ਵੇਖਣਾ ਹੈ, ਤੇ ਉੱਥੇ ਮਹਾਰਾਜ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੇ ਵੇਖਿਆ ਆਖੀ। ਇਹਨਾਂ ਦੀ ਸੱਚੀ ਸਾਖੀ ਸੁਣਿਆ ਜੇ, ਇਹ ਉਹ ਹੀ ਦੱਸਣਗੇ ਜੋ ਇਹਨਾਂ ਨੇ ਅੱਖਾਂ ਨਾਲ ਵੇਖਿਆ। ਹੁਣ ਉਹ ਇੰਨਾ ਪ੍ਰਚੰਡ ਸ਼ਬਦ ਹੈ, ਉਸ ਦੇ ਵਿੱਚੋਂ ਅਸੀਂ ਜੁਗਾਂ ਜੁਗੰਤਰਾਂ ਦਾ ਵੀ ਗਿਆਨ ਕੱਢ ਲਈਏ, ਜਿੰਨਾ ਮਰਜ਼ੀ ਅਸੀਂ ਗਿਆਨ ਕੱਢ ਲਈਏ। ਮਹਾਰਾਜ ਕਹਿੰਦੇ ਨਾਮ ਸ਼ਬਦ ਦੇ ਵਿੱਚ ਇੰਨਾ ਗਿਆਨ ਹੈ, ਜੇ ਸਾਰੀ ਧਰਤੀ ਨੂੰ ਲਿਖਣ ਦੀ ਕਿਤਾਬ ਬਣਾ ਲਿਆ ਜਾਵੇ ਤੇ ਜਿੰਨੇ ਸਮੁੰਦਰ ਨੇ ਉਹਨਾਂ ਦੀ ਸ਼ਾਹੀ ਭਰ ਲਈ ਜਾਵੇ, ਇੰਨਾ ਨਾਮ ਦੇ ਵਿੱਚ ਪ੍ਰਚੰਡ ਗਿਆਨ। ਸਮੁੰਦਰਾਂ ਦੀ ਸ਼ਾਹੀ ਬਣਾ ਲਈ ਜਾਵੇ, ਧਰਤੀ ਦੇ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਜਾਵੇ, ਭੀ ਤੇਰੀ ਕੀਮਤ ਨਾ ਪਵੈ ਹੋ ਕੇਵਲ ਅੱਖਾਂ ਨਾਉ, ਤਾਂ ਵੀ ਇੰਨਾ ਗਿਆਨ ਵਿੱਚੋਂ ਪ੍ਰਗਟ ਹੁੰਦਾ ਵੀ ਸਮਾਦ ਛੱਡ ਹੀ ਗੱਲਾਂ ਹੀ ਦਿਓ, ਕਿਤਾਬਾਂ ਕਤੂਬਾਂ ਸਭ ਫੇਲ ਹੋ ਜਾਂਦੀ। ਤੇ ਅਸੀਂ ਤਾਂ ਜਿਹੜਾ ਹੈਗਾ ਹਜੇ ਕਰਮਕਾਂਡਾਂ ਦੇ ਵਿੱਚ ਫਸ ਕੇ, ਟੀਕਿਆਂ ਸਹਿਤਾਂ ਦੇ ਵਿੱਚ ਫਸ ਕੇ, ਜਿਹੜੀਆਂ ਚਾਰ ਕਹਾਣੀਆਂ ਯਾਦ ਕੀਤੀਆਂ ਹੁੰਦੀਆਂ ਨੇ ਉਹਨਾਂ ਦੇ ਸਾਰੀ ਜ਼ਿੰਦਗੀ ਕੱਢ ਦਿੰਦੇ ਵੀ ਆਹ ਗੱਲ ਇਸ ਤਰ੍ਹਾਂ ਹੈ ਜੀ, ਆਹ ਗੱਲ ਇਸ ਤਰ੍ਹਾਂ ਹੈ ਜੀ। ਆਪ ਦੇ ਦਾਇਰੇ ਵਿੱਚੋਂ ਹੀ ਨਹੀਂ ਬਾਹਰ ਅਸੀਂ ਬਾਹਰ ਨਿਕਲਦੇ। ਕਿਉਂ? ਨਾਮ ਧੁਨ ਦੇ ਵਿੱਚ ਅਸੀਂ ਬੈਠਾਂਗੇ, ਉਹ ਫਿਰ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਉਹ ਕੁਦਰਤ ਦਾ ਗਿਆਨ ਦਿੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ। ਗੁਰਮੁਖ ਨਾਦ ਦੇ ਵਿੱਚ ਸਮਾ ਕੇ ਗੁਰਮੁਖ ਵੇਦ ਦੀ ਸਾਜਨਾ ਕਰਦਾ ਹੈ। ਗੁਰਮੁਖ ਆਪ ਵੇਦੀ ਹੁੰਦਾ ਹੈ। ਖਾਲਸਾ ਮੇਰੋ ਖੁਦ ਖੁਦਾ, ਖਾਲਸਾ ਖੁਦ ਖੁਦਾ ਹੁੰਦਾ ਹੈ। ਜੋ ਬਚਨ ਕਰਦੇ ਨੇ ਨਾਮ ਦੇ ਵਿੱਚ ਧਿਆਨ ਧਰ ਕੇ, ਜਿਵੇਂ ਕਬੀਰ ਸਾਹਿਬ ਉਹਨਾਂ ਨੇ ਬਚਨ ਕੀਤੇ, ਰਵਿਦਾਸ ਜੀ ਹੋਣਾ ਨੇ ਬਚਨ ਕੀਤੇ, ਰਾਮਾਨੰਦ ਜੀ ਭਗਤ ਉਹਨਾਂ ਨੇ ਬਚਨ ਕੀਤੇ, ਗੁਰੂ ਨਾਨਕ ਦੇਵ ਉਹਨਾਂ ਨੇ ਕੀਤੇ, ਉਹ ਉਸੇ ਨਾਮ ਸ਼ਬਦ ਦੇ ਵਿੱਚ ਧਿਆਨ ਧਰ ਕੇ, ਜਿਵੇਂ ਆਪਾਂ ਰਾਤੀ ਵਿਚਾਰ ਕਰਦੇ ਪਏ ਸੀ ਵੀ ਕਿਵੇਂ ਉਹਨਾਂ ਨੇ ਸਾਡੇ ਸਰੀਰ ਦੇ ਵਿੱਚ ਕੱਲੀ ਕੱਲੀ ਨਾੜ ਬਾਰੇ ਖੋਲ ਕੇ ਸਾਨੂੰ ਦੱਸਿਆ ਵੀ ਇਹ ਨਾੜੀਆਂ ਕਿਵੇਂ ਬਣੀਆਂ ਨੇ, ਕਿੰਨੇ ਸਾਡਾ ਅੰਦਰ, ਸਾਡੇ ਅੰਦਰ ਖੂਨ ਪਾਇਆ ਹੋਇਆ ਹੈ, ਕਿੰਨਾ ਸਾਡੀ ਚਮੜੀ ਪਾਈ ਹੈ, ਕਿੰਨੀਆਂ ਸਾਡੀਆਂ ਹੱਡੀਆਂ ਪਾਈਆਂ ਨੇ, ਬਿਨਾਂ ਮਸ਼ੀਨਾਂ ਤੋਂ, ਬਿਨਾਂ ਕਿਸੇ ਤਕਨੀਕ ਤੋਂ, ਸ਼ਬਦ ਦੀ ਪਾਵਰ ਦੇ ਨਾਲ। ਆਪਾਂ ਰਾਤ ਵਿਚਾਰ ਕਰਦੇ ਪਏ ਸੀ ਵੀ ਸਵਾ ਘੜਾ ਖੂਨ ਪਾਇਆ ਹੋਇਆ, ਇੰਨੀਆਂ ਹੱਡੀਆਂ ਪਾਈਆਂ ਨੇ, 9 ਨਾੜੀਆਂ ਪਾਈਆਂ ਨੇ, ਕਿੰਨਾ ਗੁਰਬਾਣੀ ਦੇ ਵਿੱਚ ਪ੍ਰੈਕਟੀਕਲ ਲਿਖਿਆ। ਹੁਣ ਉਸੇ ਗੁਰਬਾਣੀ ਨੂੰ ਅਸੀਂ ਜਦੋਂ ਮੰਤਰ ਬਣਾ ਕੇ ਪੜ੍ਹਦੇ ਹਾਂ ਜਾਂ ਕਿਸੇ ਇੱਛਾ ਵਸ ਪੜ੍ਹਦੇ ਹਾਂ, ਉਤੋਂ ਕਹੀ ਜਾਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਗੁਰੂ ਹੈ, ਤੇ ਜੇ ਗੁਰੂ ਹੈ ਤੇ ਫਿਰ ਪ੍ਰਕਾਸ਼ ਹੋਣਾ ਚਾਹੀਦਾ ਸੀ। ਗੁਰੂ ਮੰਨ ਲਿਆ ਤੇ ਫਿਰ ਪ੍ਰਕਾਸ਼ ਤਾਂ ਹੋਇਆ ਨਹੀਂ। ਜਿੰਦਾ ਸਾਹਿਬ ਪੂਰਾ ਹੈ, ਜਿੰਦਾ ਪੂਰਾ ਸਾਹਿਬ ਹੈ, ਜਿਹਨੂੰ ਪੂਰਾ ਗੁਰੂ ਮਿਲ ਗਿਆ, ਉਹ ਫਿਰ ਕਿਉਂ ਭਟਕਦਾ ਫਿਰਦਾ? ਪੂਰਾ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਨਾ ਸਾਨੂੰ ਰਸ ਆਇਆ, ਨਾ ਸਾਨੂੰ ਪ੍ਰਕਾਸ਼ ਹੋਇਆ, ਨਾ ਅਸੀਂ ਅਨਹਦ ਦੁਆਰ ਦੇ ਵਾਸੀ ਬਣੇ, ਤੇ ਕਾਹਦਾ ਗੁਰੂ? ਫਿਰ ਗੁਰੂ ਪੂਰਾ ਹੈ, ਪਰ ਸਾਨੂੰ ਗੁਰੂ ਦੀ ਸੇਵਾ ਨਹੀਂ ਕਰਨੀ ਆਉਂਦੀ। ਅਸੀਂ ਗੁਰੂ ਮੰਨ ਕੇ ਸਿਰਫ ਉਹਨਾਂ ਵਾਸਤੇ ਅੱਗੇ ਇਸ ਤਰ੍ਹਾਂ ਮੱਥਾ ਟੇਕ ਦਿੰਦੇ ਹਾਂ। ਤੇ ਕਿਵੇਂ ਮੱਥਾ ਟੇਕਦੇ ਆ? ਵੀ ਜਿਵੇਂ ਬਗਲਾ ਟੇਕਦਾ। ਬਗਲਾ ਵੀ ਹੰਸ ਦੀ ਨਿਆਈ ਤੇ ਇੱਕ ਲੱਤ ਤੇ ਖੜ ਕੇ ਆਸਣ ਲਾ ਲੈਂਦਾ ਹੈ, ਤੇ ਉਹ ਇੱਕ ਅੱਖ ਖੋਲਦਾ, ਇੱਕ ਬੰਦ ਕਰ ਲੈਂਦਾ। ਕਿਉਂ ਕਰਦਾ? ਉਹ ਵੇਂਦਾ ਵੀ ਡੱਡੀ ਮੱਛੀ ਕਦੋਂ ਆਵੇ ਤੇ ਚੁੱਕ ਕੇ ਤੇ ਪਾਸੇ ਹੋਈਏ। ਇੱਕ ਹੰਸ ਸਮਾਧੀ ਲਾਉਂਦਾ ਹੈ, ਉਹ ਆਪ ਦੀ ਇੱਕ ਤਾਰ ਸਮਾਧੀ ਲਾ ਕੇ 300 ਮੀਲ ਦੀ ਯਾਤਰਾ ਕੱਢ ਦਿੰਦਾ, ਥੋੜਾ ਜਿਹਾ ਅਲਪਹਾਰ ਹੀ ਖਾ ਪੀ ਕੇ, ਮੋਤੀ ਚੁਗ ਕੇ। ਉਹ ਸਮਝੌਤਾ ਨਹੀਂ ਕਰਦਾ, ਉਹ ਮੋਤੀ ਚੁਗਦਾ ਹੈ। ਉਹ ਡੱਡੀ ਮੱਛੀ ਨਹੀਂ ਚੁਗਦਾ, ਮੋਤੀ ਚੁਗਦਾ। ਤੇ ਜਦੋਂ ਉਹ ਲਗਾਤਾਰ ਚੱਲੇਗਾ, ਉਹਦੀ 300 ਮੀਲ ਤੱਕ ਵੀ ਉਹ ਲਗਾਤਾਰ ਚੁਗਦਾ ਲੰਮਾ ਨਿਕਲ ਸਕਦਾ ਹੈ। ਜਿਹੜਾ ਬਗਲਾ ਹੁੰਦਾ ਉਹਦੀ 12 ਮੀਲ ਦੀ ਯਾਤਰਾ ਹੈ। ਕਾਂ ਜਿਹੜਾ ਹੁੰਦਾ ਹੈ ਉਹਦੀ 6 ਮੀਲ ਦੀ ਯਾਤਰਾ ਹੈ। ਪਰ ਇੱਕ ਹੰਸ ਐਸੇ ਹੁੰਦੇ ਨੇ, ਹੰਸ ਜਿਹੜੇ ਅਸਲੀ ਹੁੰਦੇ ਨੇ, ਜਿਹੜੇ ਸਰੋਵਰ ਦੇ ਵਿੱਚੋਂ ਮੋਤੀਆਂ ਦੀ ਚੋਗ ਚੁਗਦੇ ਨੇ, ਉਹ ਹੰਸ ਆਪਣੇ ਇੱਥੇ ਨਹੀਂ ਆਏ, ਨਾ ਛੱਪੜਾਂ 'ਚ ਨਹੀਂ ਹੁੰਦੇ, ਉਹ ਸਰੋਵਰ 'ਚ ਹੁੰਦੇ, ਜਿਵੇਂ ਮਾਨ ਸਰੋਵਰ ਦੇ ਹੰਸ ਹੁੰਦੇ ਆ। ਪਹਾੜੀ ਇਲਾਕਿਆਂ ਵਿੱਚ ਉਹ ਹੰਸ ਹੁੰਦੇ ਨੇ ਜਿੱਥੇ ਵਧੀਆ ਸਾਫ਼ ਸੰਤੁਸ਼ਟ ਸਰੋਵਰ ਨੇ। ਇੱਕ ਹੰਸ ਆਪਣੇ ਪਿੰਡ ਵਾਲੇ ਛੱਪੜਾਂ ਵਿੱਚ ਵੀ ਹੁੰਦੇ ਨੇ। ਬਗਲੇ ਤੇ ਹੰਸ ਪਿੰਡ ਵਾਲੇ ਛੱਪੜਾਂ 'ਚ ਵੀ ਹੁੰਦੇ ਨੇ। ਉਹ ਅਸਲ 'ਚ ਹੰਸ ਨਾਮ ਦੇ ਹੀ ਹੁੰਦੇ ਨੇ। ਉਹਨਾਂ ਨੇ ਛੱਪੜਾਂ ਦੇ ਵਿੱਚ, ਛੱਪੜ 'ਚੋਂ ਇੱਥੇ ਮੋਤੀ ਕਿੱਥੇ ਆ ਗਏ, ਛੱਪੜ ਹੀਰੇ ਰਤਨ ਕਿੱਥੋਂ ਆਉਣ? ਹੁੰਦਾ ਉਹ ਹੰਸ ਹੈ, ਪਰ ਉਹ ਛੱਪੜ ਦੇ ਵਿੱਚ ਮੌਜੂਦ ਡੱਡੀਆਂ ਮੱਛੀਆਂ ਹੀ ਖਾਂਦਾ, ਉਹ ਬਗਲਿਆਂ ਦੇ ਨਾਲ ਰਲਿਆ ਹੁੰਦਾ। ਉਹਨੂੰ ਕਹਿੰਦੇ ਨੇ ਅਸੰਤ ਅਨਾੜੀ ਕਿਛ ਨਾ ਬੂਝੈ, ਕਥਨੀ ਕਰੈ ਤੈ ਮਾਇਆ ਨਾਲ ਸੀਜੈ, ਅੰਧ ਅਗਿਆਨੀ ਕਿਛ ਨਾ ਸੀਜੈ। ਮਹਾਰਾਜ ਕਹਿੰਦੇ ਅਨਾੜੀ ਅਸੰਤ ਜਿਹੜਾ ਹੈ, ਜਿਵੇਂ ਹੁਣ ਅਸੀਂ ਅਨਾੜੀ ਅਸੰਤ ਬਣ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਅਨਾਹਤ ਬਾਣੀ ਦਾ ਖਜ਼ਾਨਾ ਰੱਖਿਆ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪ੍ਰਕਾਸ਼, ਨੂਰ, ਸੱਚ, ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਦਾ ਖਜ਼ਾਨਾ ਰੱਖਿਆ ਹੋਇਆ ਹੈ। ਉਸ ਅੰਮ੍ਰਿਤ ਦੀ ਖੁਰਾਕ ਦਾ ਭੇਤ ਦਿੱਤਾ ਹੋਇਆ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਸੁਰ ਨਰ ਮੁੰਡ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਹੈ। ਹੁਣ ਪਿਤਾ ਦੇ ਕੋਲ ਕਰੋੜਾਂ ਦੀ ਸੰਪਤੀ ਹੈ, ਪਰ ਪੁੱਤ ਨੰਗ ਫਿਰਦਾ ਹੈ। ਪਿਤਾ ਦੇ ਕੋਲ ਕਰੋੜਾਂ ਦੀ ਸੰਪਤੀ, ਪੁੱਤ ਨੰਗ ਫਿਰਦਾ। ਉਹਦਾ ਕਾਰਨ ਕੀ ਹੈ? ਪਿਤਾ ਦੀ ਸੇਵਾ ਨਹੀਂ ਕਰਦਾ, ਪਿਤਾ ਦੇ ਹੁਕਮ 'ਚ ਨਹੀਂ ਚੱਲਦਾ। ਪਿਤਾ ਨੂੰ ਕਹਿੰਦਾ ਬੋਲ ਬਾਪੂ, ਬਹਾਦਰ ਰੱਖ ਦਈਏ ਤੇਰੇ ਤੇ, ਚਾਦਰਾ ਚਾਹੀਦਾ ਚਾਦਰਾ ਲੈ ਦਿੰਦੇ ਆ, ਕੋਠੀ ਚਾਹੀਦੀ ਕੋਠੀ ਪਾ ਦਿੰਦੇ ਆ, ਕਾਰ ਚਾਹੀਦੀ ਕਾਰ ਲੈ ਦਿੰਦੇ ਆ। ਤੇ ਪਿਤਾ ਦਾ ਇਹ ਸਾਰਾ ਕੁਛ ਤਾਂ ਮੇਰੇ ਕੋਲ ਹੈਗਾ ਹੀ, ਤੂੰ ਬਸ ਮੇਰੇ ਕਹਿਣੇ ਵਿੱਚ ਚੱਲ। ਕਹਿੰਦਾ ਨਾ, ਉਹ ਨਾ ਕਹੀਂ, ਕਹਿਣੇ 'ਚ ਨਹੀਂ ਮੈਂ ਚੱਲਦਾ। ਮਹਾਰਾਜ ਨੂੰ ਕਹਿੰਦੇ ਨੇ ਗੁਰੂ ਤੁਹਾਨੂੰ ਵੱਡੇ ਮਹਿਲ ਪਾ ਦਿੰਦੇ ਆ, ਚੰਦੋਆ ਸਾਹਿਬ ਬੋਲੋ ਜੀ, ਸੋਨੇ ਦੀ ਕਢਾਈ ਵਾਲਾ ਪਾ ਦਿੰਦੇ ਆ, ਉੱਤੇ ਅਸੀਂ ਸੁੰਦਰ ਰਮਾਲੇ ਪਾ ਦਿੰਦੇ ਆ, ਸੁੰਦਰ ਤੁਹਾਡੇ ਵਾਸਤੇ ਪਾਲਕੀ ਸਾਹਿਬ ਲੈ ਆਉਣੇ ਆ, ਅਸੀਂ ਇਕੱਠ ਕਰ ਦਿਆਂਗੇ, ਇੰਨਾ ਇਕੱਠ ਕਰ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਮਹਾਰਾਜ ਕਹਿੰਦੇ ਨੇ ਰਾਮ ਬੋਲ, ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕਾਜ ਹੈ। ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਢਹਿ ਬਹੁ ਸਭ ਕਿਛ ਜਾਣੇ ਜਾਣ। ਬਾਰੰਬਾਰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮਨ ਤਨ ਧਰਪੀਐ। ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ, ਅਨਹਦ ਸ਼ਬਦ ਦਸਵੇਂ ਦਵਾਰ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ। ਇਹ ਗੱਲਾਂ ਨਹੀਂ ਮੰਨਣੀਆਂ ਮਹਾਰਾਜ, ਇਹ ਨਹੀਂ ਹੁੰਦਾ ਸਾਡੇ ਤੇ। ਆਂਦੇ ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕਾਜ ਹੈ। ਵਾਰ ਵਾਰ ਅਭਿਆਸ ਕਰ, ਇਹ ਤੇਰਾ ਕਰਮ ਹੈ। ਬੇਸ਼ੱਕ ਚੰਦੋਆ ਸਸਤਾ ਵੀ ਪਾ ਦੇਗਾ, ਥੋੜਾ ਵੀ ਪਾ ਦੇਗਾ, ਮੱਥਾ 100 ਦਾ ਵੀ ਟੇਕ ਦੇਗਾ, 50, ਸਭ ਪ੍ਰਵਾਨ ਨੇ, ਉਹਦੇ ਨਾਲ ਨਹੀਂ ਮੈਨੂੰ, ਉਹ ਨਹੀਂ ਮਿਲਣਾ। ਹੁਣ ਉੱਤੋਂ ਅਸੀਂ ਲੜੀ ਜਾ ਰਹੇ ਹਾਂ ਵੀ ਸਾਡਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨੇ ਸਾਡੇ, ਤੇ ਮੰਨਦੇ ਅਸੀਂ ਕੋਈ ਵੀ ਨਹੀਂ ਪਏ। ਤੇ ਜੇ ਗੁਰੂ ਨੇ ਤੇ ਗੁਰੂ ਦੀ ਮੰਨਣੀ ਤਾਂ ਚਾਹੀਦੀ ਹੈ, ਗੁਰੂ ਦੀ ਮੰਨਣੀ ਚਾਹੀਦੀ। ਗੁਰੂ ਸਾਨੂੰ ਕਹਿੰਦਾ ਵੀ ਦਿਨ ਰਾਤ ਜਪੋ, ਉਠਤ ਬੈਠਤ ਸੋਵਤ ਧਿਆਈ ਹੈ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾ। ਤੇ ਆਪਾਂ ਮੰਨਦੇ ਤਾਂ ਪੈ ਨਹੀਂ, ਫਿਰ ਕਾਹਦੇ ਗੁਰੂ ਨੇ। ਪਿਤਾ ਸਾਡੇ ਕੋਲ ਸੰਪੂਰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਰਾਤ ਵੀ ਵਿਚਾਰ ਕਰਦੇ ਸੀ, ਜਿਨ੍ਹਾਂ ਦੇ ਵਿੱਚ ਇੱਕ ਅੱਖਰ ਦੀ ਵੀ ਮਿਲਾਵਟ ਨਹੀਂ। ਧੁਰੋਂ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਇਸ ਸੰਸਾਰ ਵਿੱਚ ਪ੍ਰਗਟ ਹੋਏ ਹੋਏ ਨੇ। ਉਹਨਾਂ ਕੋਲ ਖੰਡਾਂ ਬ੍ਰਹਿਮੰਡਾਂ ਦੀ ਜਾਇਦਾਦ ਤੇ ਅਵਨਾਸੀ ਰਾਜ, ਪਰ ਕਮੀ ਸਾਡੇ ਵਿੱਚ ਹੀ ਆ। ਆਪਾਂ ਮਹਾਰਾਜ ਨੂੰ ਧਾਰਨ ਕੀਤਾ ਹੋਇਆ, ਮੰਨਦੇ ਕੋਈ ਨਹੀਂ ਪਏ। ਫਿਰ ਇਸ ਕਰਕੇ ਮਹਾਰਾਜ ਨੇ ਸਾਡੇ ਤੇ ਫਿਰ ਵੀ ਤਰਸ ਕੀਤਾ ਵੀ ਖਜ਼ਾਨਾ ਇਹਨਾਂ ਦੇ ਕੋਲ ਹੈ, ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੀਰਾ ਜਿਹੜਾ ਹੈ ਉਹ ਕਿਵੇਂ ਵਰਤਿਆ ਜਾਏ, ਹੀਰੇ ਦਾ ਵਪਾਰ ਕਿਹਨਾਂ ਨਾਲ ਕੀਤਾ ਜਾਏ। ਇਸ ਕਰਕੇ ਜਿਹੜੇ ਸ਼ਾਹ ਵਪਾਰੀ ਦੁਆਰੇ ਆਏ, ਜਿਨ੍ਹਾਂ ਨੇ ਹੀਰਿਆਂ ਦਾ ਵਪਾਰ ਕੀਤਾ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਾਜੀ, ਜਿਹੜੇ ਗੁਰਮੁਖਾਂ ਨੇ ਪ੍ਰੈਕਟੀਕਲ ਕੀਤਾ, ਉਹ ਵਿਰਲੇ ਵਿਰਲੇ ਗੁਰਮੁਖ ਫਿਰ ਆਪਣੇ ਵਿੱਚ ਭੇਜੇ। ਜਿਵੇਂ ਹੁਣ ਆਪਣੇ ਵਿੱਚ ਅਨੇਕਾਂ ਸੰਤ ਮਹਾਂਪੁਰਸ਼ ਆਏ, ਬਾਬਾ ਕਬੀਰ ਸਾਹਿਬ ਆਏ, ਬਾਬਾ ਨਾਮਦੇਵ ਜੀ ਆਏ, ਗੁਰੂ ਨਾਨਕ ਦੇਵ ਤੋਂ ਲੈ ਕੇ 10 ਪਾਤਸ਼ਾਹੀਆਂ, ਅਨੇਕਾਂ ਉਹਨਾਂ ਤੋਂ ਬਾਅਦ ਭਗਤ ਸੰਤ ਗੁਰਮੁਖ ਸਿੰਘ ਪ੍ਰਗਟ ਹੋਏ, ਜਿਨ੍ਹਾਂ ਨੇ ਸਾਨੂੰ ਆ ਕੇ ਅਨਾਦ ਖਜ਼ਾਨੇ ਨਾਲ ਭੇਜ ਦਿੱਤਾ। ਹੁਣ ਜਿਵੇਂ ਉਸੇ ਹੀ ਪ੍ਰੈਕਟੀਕਲ ਦਾ ਭੇਤ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਨੇ ਆ ਕੇ ਫਿਰ ਬਾਣੀ ਦਾ ਭੇਤ ਦਿੱਤਾ। ਜਿਵੇਂ ਉਹਨਾਂ ਤੋਂ ਬਾਣੀ ਦਾ ਭੇਤ ਲਿਆ ਵੀ ਗੁਰਬਾਣੀ ਗੁਰੂ ਦੇ ਵਿੱਚ ਤਾਂ ਆ ਖਜ਼ਾਨਾ ਹੈ, ਵੀ ਅਸੀਂ ਤਾਂ ਅੱਜ ਤੱਕ ਸਿਰਫ ਮੱਥਾ ਹੀ ਟੇਕਦੇ ਸੀ, ਮਹਾਰਾਜ ਦੇ ਵਿੱਚ ਤਾਂ ਸ਼ਬਦ ਦੀਆਂ ਇੰਨੀਆਂ ਜੁਗਤੀਆਂ ਦੱਸੀਆਂ ਹੋਈਆਂ ਨੇ ਵੀ ਇੰਨਾ ਸ਼ਬਦ ਜਪਣਾ ਚਾਹੀਦਾ। ਬੋਲ ਕੇ ਜਪੋ, ਸਹਿਜ ਜਪੋ, ਰੋਮ ਰੋਮ ਜਪੋ, ਸਵਾਸ ਸਵਾਸ ਜਪੋ, ਧਿਆਓ, ਸਿਮਰੋ, ਅਰਾਧੋ, ਪਤਾ ਨਹੀਂ ਕਿੰਨੀਆਂ ਜੁਗਤੀਆਂ ਦੱਸੀਆਂ ਹੋਈਆਂ ਉਹਨਾਂ ਸਾਨੂੰ ਦੱਸਿਆ। ਆਪਦੇ ਨਾਲ ਨਹੀਂ ਜੋੜਿਆ ਗੁਰੂ ਸਾਹਿਬ ਨਾਲ। ਪਰ ਉਹਨਾਂ ਨੇ ਆਖਿਆ ਅੱਜ ਤਾਈਂ ਤੁਸੀਂ ਨਾਮ ਦੇ ਹੀ ਗੁਰੂ ਦੇ ਨਾਅਰੇ ਮਾਰੀ ਜਾਂਦੇ ਹੋ ਵੀ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ, ਪਰ ਕਰੇਗਾ ਕਿਵੇਂ? ਪੰਥ ਦੀ ਜੀਤ ਹੋਵੇਗੀ ਕਿਵੇਂ? ਇਸ ਤਰ੍ਹਾਂ ਗੁਰਬਾਣੀ ਜਿੱਤ ਦਵਾਵੇਗੀ ਤੁਹਾਨੂੰ। ਹੁਣ ਉਹਨਾਂ ਦੇ ਗਿਆਨ ਤੋਂ ਅੱਗੇ ਦੀ ਅੱਗੇ ਜਿਵੇਂ ਜਿਵੇਂ ਇੱਕ ਬਗੀਚਾ ਲਾਇਆ, ਫੁੱਲ ਫਲ ਸਾਰੇ ਅੱਗੇ ਗੁਰਸਿੱਖ ਸਾਰੇ ਸੰਸਾਰ ਦੇ ਵਿੱਚ ਚਾਨਣ ਆਇਆ। ਆਪਾਂ ਵੀ ਰਲ ਮਿਲ ਕੇ ਉਸੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਹੁਕਮ ਕਮਾਉਣੇ ਪਏ। ਤੇ ਜਿਵੇਂ ਜਿਵੇਂ ਆਪਾਂ ਹੁਕਮ ਕਮਾਵਾਂਗੇ, ਉਹਨਾਂ ਨੇ ਸਾਨੂੰ ਨਾਲ ਕਿਹਾ ਵੀ ਦਇਆ, ਧਰਮ, ਨਿਮਰਤਾ, ਸਹਿਨਸ਼ੀਲਤਾ, ਜਸ, ਸੰਜਮ ਇਹ ਵੀ ਰੱਖਣਾ। ਜੇ ਤੁਸੀਂ ਇਕੱਲਾ ਜਾਪ ਹੀ ਕਰੀ ਜਾਓਗੇ, ਉਧਰੋਂ ਤਾਮਸ ਨੂੰ ਫਿਰ ਨਹੀਂ ਛੱਡੋਗੇ, ਵਿਚਾਰਾਂ ਨੂੰ ਫਿਰ ਨਹੀਂ ਛੱਡੋਗੇ, ਤੇ ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਫਿਰ ਕੁਛ ਨਹੀਂ ਮਿਲਣਾ, ਕੱਖ ਨਹੀਂ ਮਿਲਣਾ। ਅਭਿਆਸ ਕਰ ਕਰਕੇ ਇੰਨਾ ਅੰਮ੍ਰਿਤ ਕੱਢ ਲਓ ਕਿ ਸਾਡਾ ਮਨ ਸ਼ਾਂਤ ਹੋ ਜਾਵੇ। ਅਸੀਂ ਉਸ ਅਵਸਥਾ ਵਿੱਚ ਚਲੇ ਜਾਈਏ ਜਿਵੇਂ ਇਤਿਹਾਸ ਦੀ ਆਪਾਂ ਪੜਚੋਲ ਕਰਦੇ ਹਾਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ
ਗੱਦੀ ਤੇ ਬੈਠੇ ਕਥ ਕਥਾ ਦੀ ਵਿਚਾਰ ਕਰਦੇ ਆ, ਸ਼ਬਦ ਦਾ ਅਭਿਆਸ ਕਰਦੇ ਆ, ਤੇ ਦਾਤੂ ਆ ਕੇ ਉਹਨਾਂ ਦੇ ਸਰੀਰ ਨੂੰ ਬੜੀ ਜ਼ੋਰ ਦੀ ਲੱਤ ਮਾਰਦਾ, ਕਿਉਂਕਿ ਉਸ ਦੇ ਵਿੱਚ ਗੱਦੀ ਦੀ ਭੁੱਖ ਸੀ। ਤੇ ਮਹਾਰਾਜ ਗੱਦੀ ਤੋਂ ਸਰੀਰ ਉਹਨਾਂ ਦਾ ਥੱਲੇ ਡਿੱਗ ਪੈਂਦਾ, ਤੇ ਮਹਾਰਾਜ ਉਹਨੂੰ ਇਹੀ ਬਚਨ ਕਰਦੇ ਨੇ। ਸੰਗਤ ਤੈਸ਼ ਵਿੱਚ ਆ ਜਾਂਦੀ ਵੀ ਗੁਰੂ ਸਾਹਿਬ ਦੇ ਉੱਤੇ ਨੇ ਇਸ ਤਰ੍ਹਾਂ, ਪਰ ਉਹ ਕਹਿੰਦੇ ਨੇ ਵੀ ਮੇਰੇ ਬੁੱਢੇ ਹੱਡ ਸੀ, ਕਰੜੇ ਹੋਏ ਪਏ ਨੇ, ਕਿਤੇ ਕੋਈ ਤੇਰੇ ਸੱਟ ਫੇਟ ਤਾਂ ਨਹੀਂ ਲੱਗ ਗਈ? ਬੁੱਢੇ ਹੱਡਾਂ ਨੂੰ ਪੈਰ ਮਾਰਿਆ ਹੀ, ਤੇ ਬੁੱਢੇ ਹੱਡ ਕਰੜੇ ਬੜੇ ਹੁੰਦੇ ਨੇ, ਕਿਤੇ ਸੱਟ ਫੇਟ ਤਾਂ ਨਹੀਂ ਲੱਗ ਗਈ? ਆਹ ਸੀ ਗੁਰੂ ਅਮਰਦਾਸ ਦੀ 12 ਸਾਲ ਦੀ ਗੱਲ ਨਾ। ਅਸੀਂ ਕਹਿੰਦੇ ਆ ਵੀ ਮਹੀਨੇ ਦੇ ਵਿੱਚ ਹੀ ਸਾਨੂੰ ਭਰਮ ਗਿਆਨੀ ਬਣਾ ਦਿਓ, ਸਾਨੂੰ ਵਿਖਾ ਦਿਓ ਕਾਸ਼ ਭੰਬੂ ਤਾਰੇ। ਜਿਹੜੀ ਘਾਲਣਾ ਹੈ ਮਨ ਨੂੰ ਮਾਰਨ ਦੀ, ਉਹ ਤਾਂ ਇੱਕ ਦਿਨ ਦੀ ਨਹੀਂ ਘਾਲੀ ਜਾਂਦੀ। ਔਗਣਾਂ ਦੀ ਪੜਚੋਲ ਤਾਂ ਅਸੀਂ ਇੰਨੀ ਕਰਦੇ ਆ, ਆਪਦੇ ਔਗਣਾਂ ਦੀ ਕਰਦੇ ਨਹੀਂ, ਬਗਾਨਿਆਂ ਦੀ ਕਰੀ ਜਾਂਦੇ ਆ ਸਾਰੀ ਦਿਹਾੜੀ। ਤੇ ਇਹੀ ਤਾਂ ਸਾਨੂੰ ਗਿਆਨ ਦੇ ਥੱਪੜ ਮਾਰਨ ਵਾਸਤੇ ਤਾਂ ਬਾਣੀ ਸਾਜੀ ਆ। ਨਾਮ ਦਾ ਆਪਾਂ ਕਹੀ ਜਾਈਏ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਕੋਈ ਫਰਕ ਨਹੀਂ ਪੈਣਾ, ਪਰ ਗੁਰੂ ਦੀ ਕਹਿਣੀ ਮੰਨਣੀ ਪੈਗੀ। ਗੁਰੂ ਕਹਿੰਦਾ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਾਚੀ ਲਿਵ ਬਿਨ ਦੇ ਨਮਾਣੀ, ਦੇ ਨਮਾਣੀ ਲਿਵੇ ਬਾਜੋਂ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਹੀਂ, ਕਿਰਪਾ ਕਰ ਬਨਵਾਰੇ। ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ। ਹੋਰ ਕੋਈ ਥਾਂ ਨਹੀਂ ਹੈਗਾ। ਅਸੀਂ ਕਹਿ ਦਈਏ ਵੀ ਸਾਨੂੰ ਮਹੀਨੇ 'ਚ ਹੋ ਜਾਏ, 2 ਮਹੀਨੇ 'ਚ ਹੋ ਜਾਏ, ਇਸ ਤਰ੍ਹਾਂ ਨਹੀਂ ਹੁੰਦਾ। ਜਿਵੇਂ ਸਾਧ ਸੰਗਤ ਹੈ ਜਿਹੜੀ ਗੁਰਮੁਖ ਪਿਆਰਿਓ, ਇਹਨੂੰ ਪਾਰਸ ਦਾ ਨਾਮ ਦਿੱਤਾ ਹੈ। ਜਦੋਂ ਆਪਾਂ ਇਹਦੇ ਵਿੱਚ ਆਉਨੇ ਆ ਨਾ, ਤਾਂ ਸਾਡੇ ਮਨ ਦੇ ਉੱਪਰ ਨਾਮ ਦੀ ਚਮਕ ਚੜ੍ਹਦੀ ਹੈ। ਹੁਣ ਨਾਮ ਦੀ ਚਮਕ ਚੜ੍ਹਦੀ ਆ। ਇੱਕ ਜਿਵੇਂ ਆਪਾਂ ਦੇਖਦੇ ਹਾਂ ਭਈ ਤਾਂਬੇ ਦਾ, ਪਿੱਤਲ ਦਾ ਜਿਹੜਾ ਗਹਿਣਾ ਹੁੰਦਾ ਹੈ, ਉਹਦੇ ਉੱਤੇ ਇੱਕ ਪਾਲਿਸ਼ ਕੀਤੀ ਜਾਂਦੀ, ਬਰਾਸ ਮਾਰਿਆ ਜਾਂਦਾ। ਇੱਕ ਚਮਕ ਤਾਂ ਉਹ ਹੁੰਦੀ ਹੈ ਜਦੋਂ ਬਰਾਸ ਵਾਲੀ ਪਾਲਿਸ਼ ਕਰ ਦਿੰਦੇ ਆ, ਉਹ 15-20 ਦਿਨ ਰਹਿੰਦੀ ਹੈ, ਫਿਰ ਦੁਬਾਰਾ ਫਿਰ ਮਾਰਨੀ ਪੈਂਦੀ। ਕਈ ਗੁਰਮੁਖ ਤਾਂ ਉਹ ਹੁੰਦੇ ਨੇ ਵੀ ਜਿਵੇਂ ਸਾਧ ਸੰਗਤ ਵਿੱਚ ਆ ਕੇ ਬਰਾਸ ਵਾਲੀ ਪਾਲਿਸ਼ ਲੈਂਦੇ ਨੇ, ਥੋੜੇ ਕੁ ਦਿਨ ਬਾਅਦ ਸੈੱਟ ਜਾ ਰਹਿੰਦੇ ਨੇ, ਮੁੜ ਕੇ ਫਿਰ ਮੈਲੇ ਹੋ ਜਾਂਦੇ ਨੇ। ਕਈ ਗੁਰਮੁਖ ਐਸੇ ਹੁੰਦੇ ਨੇ, ਉਹਨਾਂ ਨੂੰ ਪਤਾ ਹੈ ਵੀ ਇੱਥੇ ਹਰੇਕ ਤਰੀਕੇ ਦੀ ਚਮਕ ਹੈ। ਉਹ ਆਂਦੇ ਨੇ ਬਰਾਸ ਵਾਲੀ ਪਾਲਿਸ਼ ਨਹੀਂ, ਐਸੀ ਚਮਕ ਸਾਡੇ ਤੇ ਚਾੜ ਦਿਓ ਜੀ ਵੀ ਕਦੇ ਦੁਬਾਰਾ ਚੜਾਉਣੀ ਨਾ ਪਵੇ। ਉਹ ਫਿਰ ਗੁਣ ਸੋਨੇ ਵਿੱਚ, ਸੋਨਾ ਜਿਹੜਾ ਹੁੰਦਾ ਹੈ, ਅਸਲ ਸੋਨਾ ਹੁੰਦਾ, ਉਹਦੀ ਚਮਕ ਨਹੀਂ ਜਾਂਦੀ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਇਹ ਪਾਰਸ ਹੈ। ਇਹਦੇ ਫਿਰ ਤੁਹਾਨੂੰ ਘਾਲਣੀ ਪੈਗੀ। ਵਾਰ-ਵਾਰ ਪਾਰਸ ਦੇ ਨਾਲ, ਸ਼ਬਦ ਦੇ ਨਾਲ, ਕਥ ਕਥਾ ਦੇ ਗਿਆਨ ਦੇ ਨਾਲ ਤੁਸੀਂ ਮਨ ਨੂੰ ਰਗੜੀ ਜਾਓ, ਅਭਿਆਸ ਕਰੀ ਜਾਓ। ਸਾਚੀ ਲਿਵਨ ਦੇ ਨਿਮਾਣੀ। ਅੱਗੇ ਕਹਿੰਦੇ ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀਆ। ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਪਾਰਸ ਦੇ ਨਾਲ ਜੰਗ ਲੱਗਾ ਲੋਹਾ ਰਗੜਿਆ ਜਾਂਦਾ। ਹੁਣ ਜਦੋਂ ਆਪਾਂ ਲੋਹਾ ਰਗੜਦੇ ਆ ਨਾ, ਫਿਰ ਵਿਚਾਰ ਆਉਂਦੇ ਨੇ। ਉਹ ਵਿਚਾਰ ਨਹੀਂ, ਉਹ ਸਾਡੀ ਜੰਗ ਉਤਰਦੀ ਹੈ। ਗੁਰੂ ਸ਼ਬਦ ਵਿੱਚ ਕੋਈ ਵਿਚਾਰ ਨਹੀਂ, ਪਰ ਜਦੋਂ ਨਾਲ ਆਪਾਂ ਸੁਰਤੀ ਨੂੰ ਰਗੜਦੇ ਆ, ਉਹਦੇ ਉੱਤੋਂ ਜਿਵੇਂ ਆਪਾਂ ਲੋਹੇ ਨੂੰ ਇਸ ਤਰ੍ਹਾਂ ਰੇਗ ਮਾਰਦੇ ਆ ਨਾ, ਉਹਦੇ ਉੱਤੋਂ ਛੋਟੀ ਧੂੜ ਜੀ ਉਤਰਦੀ ਜਾਂਦੀ ਹੈ। ਤੇ ਉਹ ਧੂੜ ਕਈ ਵਾਰੀ ਨੱਕ ਨੂੰ ਵੀ ਚੜ੍ਹਦੀ ਹੈ, ਅੱਖਾਂ ਨੂੰ ਵੀ ਚੜ੍ਹਦੀ ਹੈ, ਦੁੱਖ ਦਿੰਦੀ ਹੈ ਜਦੋਂ ਉਤਰਦੀ। ਇਸ ਤਰ੍ਹਾਂ ਜਦੋਂ ਸਾਡੀ ਸੁਰਤੀ ਤੋਂ ਮੈਲ ਉਤਰਦੀ ਆ, ਹੌਲੀ ਹੌਲੀ ਸਿਮਰਨ ਕਰਦੇ ਆ, ਵਿਚਾਰ ਸਾਹਮਣੇ ਆਉਂਦੇ ਨੇ। ਉਹ ਥੋੜਾ ਜਿਹਾ ਫਿਰ ਮਹਿਸੂਸ ਵੀ ਹੁੰਦਾ ਵੀ ਸਾਨੂੰ ਤਾਂ ਵਿਚਾਰ ਹੀ ਇੰਨੇ ਆਉਂਦੇ ਪਏ ਨੇ। ਉਹ ਕੀ ਹੈ? ਇਸ ਨੂੰ ਹੋਰ ਥਾਂ ਨਹੀਂ। ਉਹ ਸਾਡੇ ਮਨ ਦੇ ਉੱਪਰ ਲੱਗੀ ਵਿਚਾਰਾਂ ਦੀ ਮੈਲ ਆ। ਤੇ ਵਾਰ-ਵਾਰ ਸ਼ਬਦ ਦਾ ਅਭਿਆਸ, ਵਾਰ-ਵਾਰ ਸ਼ਬਦ ਦਾ ਅਭਿਆਸ। ਉਧਰੋਂ ਦਇਆ ਛਿਮਾ ਧਨ ਪ੍ਰੀਤ, ਉਧਰੋਂ ਅਲਪਹਾਰ ਸੁਲਭ ਸੀ ਨਿੰਦਰਾ। ਨਸ਼ੇ ਪੱਤੇ ਤੋਂ, ਵਿਚਾਰਾਂ ਫੁਕਰਨਿਆਂ ਤੋਂ ਉੱਪਰ ਉੱਠ ਕੇ, ਜਿਹਨੂੰ ਕਹਿੰਦੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਿਯ ਸੰਗ ਬਿਹਾਦ। ਫਿਰ ਉਹ ਐਸੀ ਚਮਕ ਚੜ ਜਾਂਦੀ ਏ, ਬਰਾਸ ਤੋਂ ਉੱਪਰ ਚਲੇ ਜਾਂਦੇ ਨੇ। ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਵਾਹ। ਜਿਹੜਾ ਬੰਦਾ ਹੁੰਦਾ ਉਹ ਫਿਰ ਭੁੱਲ ਜਾਂਦਾ ਹੈ। ਬੰਦੇ ਨੂੰ ਸਮਝਾਈਏ ਥੋੜੇ ਕੁ ਦਿਨ ਬਾਅਦ ਉਹ ਫਿਰ ਭੁੱਲ ਜਾਂਦਾ। ਉਹ ਬਰਾਸ ਵਾਲਾ ਹੀ ਕੰਮ ਹੈ। ਉਹ ਪਿੱਤਲ ਹੀ ਹੁੰਦਾ ਹੈ, ਜੇ ਉਹ ਤਾਂਬਾ ਹੁੰਦਾ ਹੈ, ਉਹ ਪਿੱਤਲ ਹੁੰਦਾ ਹੈ। ਉਹ ਥੋੜੇ ਕੁ ਦਿਨ ਬਾਅਦ ਫਿਰ ਭੁੱਲ ਜਾਂਦਾ ਹੈ। ਪਰ ਜਦੋਂ ਦੇਵਤੇ ਬਣ ਜਾਈਏ, ਫਿਰ ਦੇਵਤਾ ਭੁੱਲਦਾ ਨਹੀਂ, ਘੱਟੋ ਘੱਟ ਉਹ ਸਤੋ ਗੁਣ ਵਿੱਚ ਆ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਜਿਨ ਮਾਨਸ ਤੇ ਦੇਵਤੇ ਕੀ ਪ੍ਰੇਤੋਂ ਨ ਕੀਤੇ ਦੇਵਤੇ, ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦੇ। ਜਦੋਂ ਦੇਵਤਿਆਂ ਦੀ ਲਿਸਟ ਵਿੱਚ ਆ ਗਏ, ਫਿਰ ਇੰਨੀ ਕੁ ਕਿਰਪਾ ਹੋ ਜਾਂਦੀ ਹੈ। ਦੇਵ ਸਥਾਨੇ ਕਿਆ ਨਿਸ਼ਾਨੀ ਤੈ ਬਾਜੈ ਸ਼ਬਦ ਅਨਾਹਦ ਬਾਣੀ। ਅਨਾਹਦ ਬਾਣੀ ਚੱਲ ਪੈਂਦੀ ਹੈ।
ਨਾਲ ਫਿਰ ਮਿੱਠਾ ਮਿੱਠਾ ਰਸ ਆਉਣ ਲੱਗ ਪੈਂਦਾ, ਨਾਲ ਫਿਰ ਥੋੜਾ ਥੋੜਾ ਖੁਸ਼ਬੂ ਚੱਲ ਪੈਂਦੀ ਹੈ। ਫਿਰ ਜਿਹੜਾ ਮਨ ਵਾਰ-ਵਾਰ ਮੈਲ ਵਿੱਚ ਚਲਾ ਜਾਂਦਾ ਸੀ, ਫਿਰ ਉਹ ਮੈਲ ਵਿੱਚ ਜਾਣ ਤੋਂ ਬਚ ਜਾਂਦਾ ਹੈ। ਪਰ ਸੋਨਾ ਅਜੇ ਕਿੱਥੇ ਜਾ ਕੇ ਬਣੂਗਾ? ਜਿੱਥੇ ਜਾ ਕੇ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸਾ। ਜਦੋਂ ਸਵਾਸ ਗਿਰਾਸ ਵਿਸਰੇਗਾ ਨਹੀਂ। ਦੇਵਤਾ ਜਿਹੜਾ ਹੁੰਦਾ ਹੈ ਉਹਦੇ ਉੱਤੇ ਕਾਮ ਜ਼ੋਰ ਪਾ ਲੈਂਦਾ, ਲੋਭ ਜ਼ੋਰ ਪਾ ਲੈਂਦਾ, ਤੇ ਨਿੰਦਿਆ ਚੁਗਲੀ ਜ਼ੋਰ ਪਾ ਲੈਂਦੀ। ਮਹਾਰਾਜ ਕਹਿੰਦੇ ਕਾਮ ਨਾ ਵਿਸਰਿਓ, ਲੋਭ ਨਾ ਵਿਸਰਿਓ, ਕਾਮ ਨਾ ਛੁਟਕਿਓ, ਲੋਭ ਨਾ ਛੁਟਕਿਓ। ਹਾਂਜੀ, ਕਿਸ ਸ਼ਬਦ ਵਿਸਰ ਗਿਆ? ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟਕੀ, ਨਿਫਲ ਭਈ ਸਭ। ਹੁਣ ਦੇਵਤੇ ਵਿੱਚ ਕਿਹੜੇ ਔਗਣ ਦੱਸੇ ਨੇ? ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ। ਦੇਵਤੇ ਉੱਤੇ ਕਾਮ, ਕ੍ਰੋਧ, ਲੋਭ ਤੇ ਪਰ ਨਿੰਦਾ ਫਿਰ ਜ਼ੋਰ ਕਰ ਜਾਂਦੀ ਹੈ, ਕਿਉਂਕਿ ਦੇਵਲੋਕ ਵਿੱਚ ਜਾ ਕੇ ਵੀ ਬਹੁਤੇ ਫਸ ਗਿਆ। ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟਕੀ, ਨਿਫਲ ਭਈ ਸਭ ਸੇਵਾ। ਹਜੇ ਨਿੰਦਿਆ ਕਰਦਾ ਹੈ, ਹਜੇ ਕਾਮ, ਕ੍ਰੋਧ ਤੇ ਲੋਭ ਦੇ ਵਿੱਚ ਫਿਰ ਚਲਾ ਜਾਂਦਾ ਹੈ, ਤਾਂ ਉਹਨੂੰ ਮਹਾਰਾਜ ਕਹਿੰਦੇ ਨੇ ਗੁਰੂ ਦੇ ਅੱਗੇ ਫਿਰ ਬੇਨਤੀਆਂ ਕਰਦੇ ਨੇ। ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ, ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਉਹ ਗੁਰਮੁਖ ਕਹਿੰਦੇ ਨੇ ਵੀ ਸਾਡਾ ਜਿੱਥੋਂ ਤੱਕ ਜ਼ਿੰਮੇਵਾਰੀ ਸੀ, ਅਨਾਹਤ ਬਾਣੀ ਤੱਕ ਅਸੀਂ ਤੁਹਾਨੂੰ ਲਿਆ ਸਕਦੇ ਸੀ। ਇਸ ਤੋਂ ਬਾਅਦ ਹੁਣ ਤੁਸੀਂ ਅਨਾਹਤ ਬਾਣੀ ਦੇ ਨਾਲ ਧਿਆਨ ਜੋੜ ਕੇ ਗੁਰਮੰਤਰ ਦੀ ਸੇਵਾ ਕਰੋ, ਗੁਰੂ ਤੁਹਾਡੀ ਇੱਥੋਂ ਬਾਹ ਫੜੇਗਾ। ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੁੰਜੀ। ਸਾਡੇ ਕੋਲ ਕੁੰਜੀ ਨਹੀਂ ਹੈਗੀ। ਇਸ ਤੋਂ ਬਾਅਦ ਜਦੋਂ ਅਨਾਹਤ ਸ਼ਬਦ ਦੀ ਬਾਣੀ ਪ੍ਰਗਟ ਹੋ ਗਈ, ਗੁਰਮੰਤਰ ਦੇਤਾ, ਰਸ ਚੱਲ ਪਿਆ, ਇਸ ਤੋਂ ਬਾਅਦ ਹੁਣ ਤੁਸੀਂ ਇਥੋਂ ਸੇਵਾ ਕਰੋ। ਪਰਮੇਸ਼ਰ ਵੇਖਣਗੇ ਜੇ ਇਹਦੇ ਫੁਰਨੇ ਮਰੇ ਨੇ, ਸ਼ਬਦ ਗੁਰੂ ਦੇਖੇਗਾ। ਜੇ ਤਾਂ ਬੱਚੇ ਦੇ ਫੁਰਨੇ ਮਰੇ ਆ ਤੇ ਤੁਹਾਨੂੰ ਬਾਹ ਫੜ ਕੇ ਗੁਰ ਕਾਢਿਓ ਭੁਜਾ ਪਸਾਰ, ਬੌਰ ਨਾ ਹਾਰੀਆ, ਤੁਹਾਨੂੰ ਭਵਜਲ ਦੇ ਵਿੱਚੋਂ ਸਿੱਧਾ ਹੀ ਬਾਹ ਫੜ ਕੇ ਬਾਹਰ ਕੱਢ ਲਏਗਾ। ਅਗਨ ਸਾਗਰ ਡੂਬਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਸ, ਕਿਰਪਾ ਕਰ ਦੇਣਗੇ, ਤੁਹਾਨੂੰ ਕੱਢ ਲੈਣਗੇ। ਤੇ ਜੇ ਤੁਸੀਂ ਇੱਥੇ ਦੇਵਲੋਕ 'ਚ ਥੋੜਾ ਜਿਹਾ ਜਦੋਂ ਗਿਆਨ ਆ ਜਾਂਦਾ ਹੈ, ਥੋੜੀ ਜਿਹੀ ਚੁਸਤ ਚਲਾਕੀ ਜੀ ਆ ਜਾਂਦੀ ਹੈ, ਤੇ ਫਿਰ ਉੱਥੇ ਫਿਰ ਉਹੀ ਤੁਸੀਂ ਗੱਲਾਂ ਬਾਤਾਂ ਸ਼ੁਰੂ ਕਰਤੀਆਂ ਨੇ, ਫਿਰ ਗੁਰੂ ਨੇ ਬਾਹ ਨਹੀਂ ਫੜਨੀ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਫਿਰ ਤਰਸਦੇ ਫਿਰੋਗੇ। ਇਸ ਕਰਕੇ ਇਹੀ ਤੇਰਾ ਅਵਸਰ, ਇਹੀ ਤੇਰੀ ਬਾਤ। ਘਟ ਭੀਤਰ ਤੂੰ ਦੇਹ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ, ਬਹੁ ਵਿਦ ਕਯੋ ਪੁਕਾਰ ਪੁਕਾਰ। ਕਹਿੰਦੇ ਅਸੀਂ ਤੈਨੂੰ ਵਾਰੀ ਵਾਰੀ ਬੜੀਆਂ ਵਿਧੀਆਂ ਨਾਲ ਬੜਾ ਗਿਆਨ ਵੱਖਰਾ ਵੱਖਰਾ ਦੇ ਕੇ ਕਹਿੰਦੇ ਪਏ ਹਾਂ। ਇਹੀ ਅਵਸਰ, ਇਹੀ ਵਾਰੀ ਹੈ, ਆਪ ਦਾ ਜਨਮ ਸ਼ਬਦ ਨਾਲ ਸਵਾਰ ਲਾ। ਨਿੰਦਿਆ, ਦੁਬਦਾ ਇਹਨਾਂ ਵਿੱਚ ਕੁਛ ਵੀ ਨਹੀਂ ਪਿਆ, ਔਗੁਣਾਂ ਵਿੱਚ ਕੁਛ ਵੀ ਨਹੀਂ ਪਿਆ। ਵਾਰ-ਵਾਰ ਸ਼ਬਦ ਦਾ ਜਾਪ ਕਰਕੇ ਆਪਦੇ ਮਨ ਨੂੰ ਰੰਗ ਲਓ, ਨਹੀਂ ਤਾਂ ਕਿਸੇ ਨੇ ਕੋਈ ਬਾਂਹ ਨਹੀਂ ਫੜਨੀ। ਨਹੀਂ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹੁਮਸ ਧੁਮਸ ਧੰਦੂਕਾਰਾ। ਐਨੀ ਹੁਮਸ ਧੁਮਸ ਤੇ ਧੰਦੂਕਾਰੇ ਵਿੱਚ ਸਿੱਟ ਦਿੱਤਾ ਜਾਂਦਾ ਹੈ, ਜਿੱਥੇ ਅਨੇਕਾਂ ਹੀ ਪਾਪੀ ਮਨ ਪਾਪ ਕਮਾ ਕੇ ਹਾਏ ਹਾਏ ਕਰਦੇ ਪਏ ਨੇ, ਤੇ ਸਾਡੀ ਵੀ ਉਹਨਾਂ ਵਿੱਚ ਗਿਣਤੀ ਆ ਜਾਂਦੀ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਤਲਬ ਮਧਾਨੀਆਂ ਤਿਉ ਮਥੈ ਧਰਮ। ਉੱਥੇ ਇਹ ਨਹੀਂ ਵੇਖਦੇ ਵੀ ਇਹ ਸਾਰੀ ਉਮਰ ਜਿਹੜਾ ਇਹਨੇ ਭਗਵਾ ਚੋਲਾ ਪਾ ਕੇ ਰੱਖਿਆ, ਸਾਰੀ ਉਮਰ ਇਹਨੇ ਬੋਦੀ ਰੱਖੀ ਆ, ਸਾਰੀ ਉਮਰ ਇਹਨੇ ਅਲਭਾਰ ਖਾਧਾ ਹੈ, ਸਾਰੀ ਉਮਰ ਇਹਨੇ ਚੋਲਾ ਪਾ ਕੇ ਰੱਖਿਆ, ਸਾਰੀ ਉਮਰ ਇਹਨੇ ਕੇਸ ਰੱਖੇ ਨੇ, ਸਾਰੀ ਉਮਰ ਇਹਨੇ ਕੰਗ। ਨਾ, ਇਹ ਨਹੀਂ ਹੈਗਾ। ਕਬੀਰ ਪ੍ਰੀਤ ਏਕ ਸਿਉ ਕਰ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰੜ ਮੁੰਡਾਏ। ਮਹਾਰਾਜ ਕਹਿੰਦਾ ਲੰਬੇ ਕੇਸ ਕਰਕੇ ਜਾਂ ਘਰੜ ਮੁੰਡਾ ਕੇ ਜੇ ਦੁਬਦਾ ਹੀ ਨਹੀਂ ਮਨ ਦੇ ਵਿੱਚ ਹੋ ਗਈ, ਤੇ ਕੇਸ ਤੇਰੇ ਉੱਥੇ ਕੀ ਛਡਾਉਣਗੇ? ਤੇ ਮਹਾਰਾਜ ਕਹਿੰਦੇ ਉੱਥੇ ਤਾਂ ਤੈਨੂੰ ਛਡਾਉਣਾ ਜਿਹੜਾ ਮਨ ਸਾਫ਼ ਹੈ, ਬਿਲਕੁਲ ਦੁਬਦਾ ਤੋਂ ਖਤਮ ਹੋਇਆ ਪਿਆ। ਜਿਹਨੇ ਮਾਰੀ ਸੋਈ ਸੂਰਾ, ਜਿਹਨੇ ਮਾਰੀ ਸੋਈ ਪੂਰਾ। ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਰਾਜ ਜੋ ਕਮਾਇਆ ਜਾਏਗਾ ਦੁਬਦਾ ਖਤਮ ਕਰਕੇ। ਜੋ ਦੁਬਦਾ ਮਾਰੇਗਾ ਉਹ ਸੂਰਮਾ ਹੈ, ਜੋ ਦੁਬਦਾ ਮਾਰੇਗਾ ਉਹ ਪੂਰਾ ਹੈ। ਨਾ ਕਿ ਰਾਜਯੋਗ ਭੇਖ ਦੇ ਨਾਲ ਕਮਾਇਆ ਜਾਏਗਾ। ਕਹਿੰਦੇ ਭੇਖੀ ਸੌ ਨਾ ਪਾਈ ਆਪੇ। ਆਪਾਂ ਹੁਣ ਪਾ ਤਾਂ ਲਿਆ, ਇਹ ਦੁਨੀਆਦਾਰੀ ਲਈ ਪਾਇਆ। ਦੁਨੀਆਦਾਰੀ ਵਿੱਚ ਵਿਚਰਨ ਦੇ ਲਈ ਸਾਨੂੰ ਸਾਡੇ ਸਤਿਗੁਰ ਨੇ ਵਰਦੀ ਦਿੱਤੀ ਹੋਈ ਆ। ਜਿਵੇਂ ਜਦੋਂ ਬੱਚੇ ਨੂੰ ਸਕੂਲ ਦੇ ਵਿੱਚ ਆਪਾਂ ਜਾਣਾ ਹੁੰਦਾ, ਵਰਦੀ ਦੀ ਹੁੰਦੀ ਨਾ ਜੀ, ਤੇ ਬੱਚਾ ਜਦੋਂ ਸਕੂਲ ਦਾ ਕੰਮ ਕਰਨ ਲਈ, ਪ੍ਰਚਾਰ ਕਰਨ ਲਈ ਜਾਂਦਾ ਹੈ, ਜਾਂ ਕਿਸੇ ਸੈਮੀਨਾਰ ਤੇ ਜਾਂਦਾ, ਆਪਦੀ ਵਰਦੀ ਪਾ ਕੇ ਜਾਂਦਾ।
ਤੇ ਘਰ ਜਦੋਂ ਆਉਂਦਾ ਫਿਰ ਬੱਚਾ ਉਸੇ ਤਰੀਕੇ ਕੱਪੜੇ ਉਤਾਰ ਕੇ ਤੇ ਸੰਸਾਰੀ ਕੱਪੜੇ ਪਾ ਲੈਂਦਾ। ਇਸ ਕਰਕੇ ਜਦੋਂ ਆਪਾਂ ਪ੍ਰਚਾਰ ਕਰਨਾ ਹੈ, ਮਾਲਕ ਦੇ ਘਰ ਦਾ ਕੰਮ ਕਰਨਾ ਹੈ, ਤੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦਿੱਤੀ, ਬਾਣਾ ਦਿੱਤਾ, ਸ਼ਬਦ ਦਿੱਤਾ, ਅਸਤਰ ਦਿੱਤੇ, ਸ਼ਸਤਰ ਦਿੱਤੇ, ਦੇਗ ਦਿੱਤੀ, ਤੇਗ ਦਿੱਤੀ, ਸਾਰਾ ਨਾਲ ਲੈ ਕੇ ਜਾਣੀ। ਤੇ ਜਦੋਂ ਅਸੀਂ ਆਪਦੇ ਘਰ ਦੇ ਵਿੱਚ ਬੈਠ ਜਾਣਾ, ਭਾਵ ਜਦੋਂ ਅਸੀਂ ਆਪਦੇ 10ਵੇਂ ਘਰ ਦੇ ਵਿੱਚ ਚਲੇ ਜਾਂਦੇ ਹਾਂ ਤੇ ਸੁਰਤੀ ਸਾਡੀ ਘਰ ਚਲੀ ਜਾਂਦੀ, ਤੇ ਅਸਤਰ ਵਸਤਰ ਸ਼ਸਤਰ ਬਾਣੇ ਤੇਗ ਸਭ ਇੱਥੇ ਰਹਿ ਜਾਂਦੀ। ਕਿਉਂ? ਜਿਹਨੇ ਆ ਕੇ ਇਸ ਸਰੀਰ ਦੇ ਉੱਪਰ, ਸਰੀਰ ਨੂੰ ਲੈ ਕੇ ਚੱਲਣਾ ਸੀ, ਸਰੀਰ ਦੇ ਉੱਪਰ ਇਹ ਸਾਰਾ ਖੇਲ ਚੱਲਣਾ ਸੀ, ਉਹ ਤਾਂ ਆਪ ਘਰ ਬਹਿ ਗਿਆ ਜਾ ਕੇ ਤੇ ਸਾਰੀ ਵਰਦੀ ਉਤਾਰ ਦਿੱਤੀ। ਆਹ ਦੁਨਿਆਵੀ ਵਰਦੀ ਨਹੀਂ, ਉਹ ਸਰੀਰ ਦੀ ਵਰਦੀ ਉਤਾਰ ਕੇ ਤੇ ਆਪਦੇ ਘਰ ਜਾ ਕੇ ਬਹਿ ਗਿਆ। ਜਿਹਨੂੰ ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ। ਸਾਰੀ ਖੇਲ ਹੀ ਧਿਆਨ ਦੀ ਆ, ਸਾਰੀ ਖੇਲ ਹੀ ਸਹਿਜ ਦੀ ਆ, ਭਉ ਦੀ ਆ, ਭਾਉ ਦੀ ਆ, ਵਿਰਾਗ ਦੀ ਆ। ਆਪਾਂ ਆਪਦੇ ਅੰਦਰ ਵਾਰ-ਵਾਰ ਸ਼ਬਦ ਦਾ ਅਭਿਆਸ ਕਰਕੇ ਮਨ ਨੂੰ ਵਿਚਾਰਾਂ ਫਿਰਨਿਆਂ ਤੋਂ ਰਹਿਤ ਕਰਨਾ ਹੈ, ਫਿਰ ਖੇਲ ਬਣੇ। ਕਾਹਲ ਨਹੀਂ ਕਰਨੀ, ਬਿਲਕੁਲ ਵੀ ਕਿਸੇ ਗੁਰਮੁਖ ਨੇ ਕਾਹਲ ਨਹੀਂ ਕਰਨੀ। ਆਪਾਂ ਕਹੀਏ ਵੀ 2 ਮਹੀਨੇ 2 ਸਾਲ 4 ਸਾਲ ਗਿਣਤੀ ਨਹੀਂ ਕਰਨੀ। ਮਹਾਰਾਜ ਕਹਿੰਦੇ ਜੇ ਛੇਤੀ ਪਾਉਣਾ ਚਾਹੁੰਦੇ ਹੋ, ਛੇਤੀ ਤੋਂ ਛੇਤੀ ਆਪਦੇ ਅੰਦਰ ਦੀ ਦੁਬਿਧਾ ਖਤਮ ਕਰ ਲਓ, ਵਿਚਾਰਾਂ ਤੋਂ ਮਨ ਨੂੰ ਰਹਿਤ ਕਰਨਾ ਸਿੱਖ ਲਓ, ਉਨੀ ਛੇਤੀ ਮੈਂ ਮਿਲ ਜਾਵਾਂਗਾ। ਐਸਾ ਕੋਈ ਜੇ ਦੁਬਿਧਾ ਮਾਰਗ ਆਵੇ, ਇਸੇ ਮਾਰ ਰਾਜ ਜੋਗ ਕਮਾਵੇ। ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ ਸਿੱਖੋ। ਤੁਹਾਨੂੰ ਵਾਰ-ਵਾਰ ਤਮੋ ਆਉਂਦੀ ਹੈ, ਤੁਹਾਨੂੰ ਵਾਰ-ਵਾਰ ਕ੍ਰੋਧ ਆ ਜਾਂਦਾ ਹੈ, ਵਾਰ-ਵਾਰ ਲੋਭ ਆ ਜਾਂਦਾ ਹੈ। ਮੈਂ ਤੁਹਾਨੂੰ ਦਰਸ਼ਨ ਦੇਣ ਆਉਣਾ, ਅੱਗੇ ਮੰਜੇ ਦੇ ਉੱਤੇ ਕਾਂ ਬਿਠਾਇਆ ਹੁੰਦਾ, ਆ ਨੇਤਰਾਂ ਦੇ ਵਿੱਚ ਵੈਰ ਬੈਠਾ ਹੋਇਆ, ਨੇਤਰਾਂ ਵਿੱਚ ਦੁਬਿਧਾ ਬੈਠੀ ਹੋਈ ਹੈ। ਮੈਂ ਕਹਿੰਦਾ ਵੀ ਬੱਚੇ ਨੂੰ ਚੱਲ ਕੇ ਮਿਲੀਏ, ਇੱਥੇ ਨੇਤਰਾਂ ਦੇ ਵਿੱਚ ਹਉਮੈ ਨੂੰ ਬਿਠਾ ਕੇ ਬੈਠਾ ਹੁੰਦਾ। ਤੇ ਮਹਾਰਾਜ ਕਹਿੰਦੇ ਏਕਾ ਸੇਜ ਵਿਛੀ ਧਨ ਕੰਤਾ, ਧਨ ਸੁੱਤੀ ਫਿਰ ਸਤ ਜਗੰਤਾ। ਧਨ ਤਾਂ ਸੁੱਤੀ ਵੀ ਫੁਰਨਿਆਂ ਦੇ ਨਾਲ, ਧਨ ਤਾਂ ਦੇਖੀ ਜਾਂਦੀ ਔਗਣ ਅਗਲਿਆਂ ਦੇ, ਤੇ ਮਹਾਰਾਜਾਂ ਦੇ ਦਰਸ਼ਨ ਦੇਣ ਆਉਣੇ ਆ, ਤੇ ਫਿਰ ਉਹ ਇੱਥੋਂ ਨਾਰਾਜ਼ ਹੋ ਜਾਂਦਾ। ਇੱਥੋਂ ਨਾਰਾਜ਼ ਹੋ ਕੇ ਤੇ ਦਰਵਾਜ਼ਾ ਬੰਦ ਕਰਕੇ ਆਪ ਉੱਤੇ ਬਹਿ ਜਾਂਦਾ, ਕਹਿੰਦਾ ਕਰੀ ਜਾਓ, ਕਰੀ ਜਾਓ, ਜਿਸ ਤਰ੍ਹਾਂ ਫਿਰਦੇ ਜੇ ਵਿਚਰਦੇ ਰਹੋ। ਤੇ ਸਾਨੂੰ ਸੱਚੇ ਪਾਤਸ਼ਾਹ ਨੇ ਵੇਖੋ ਕਿਤੇ ਬਹੁਤਾ ਦੂਰ ਨਹੀਂ, ਮਸਤਕ ਤੇ ਹੀ ਨੇ, ਤੇ ਇੰਨੇ ਪਾੜੇ ਵਿੱਚ ਹੀ ਦਰਸ਼ਨ ਨਹੀਂ ਹੁੰਦੇ ਆਪਾਂ। ਤੇ ਇਹ ਵੀ ਕਹਿ ਦਿੱਤਾ ਵੀ ਸਾਰੀ ਸੁਣਦੇ ਪਏ ਨੇ ਸਾਡੀ ਗੱਲ ਬਾਤ, ਸਭ ਘਟ ਘਟ ਕੇ ਅੰਤਰ ਕੀ ਜਾਣਤ। ਇਹ ਨਹੀਂ ਵੀ ਕਹਿੰਦੇ 4 ਯੁੱਗ ਹੋ ਗਿਆ ਤੁਹਾਨੂੰ ਵੇਖੀ ਜਾਂਦੇ ਨੇ। ਹਰ ਰੋਜ਼ ਹਰ ਸਵਾਸ, ਇੱਕ ਸਵਾਸ ਤੁਹਾਨੂੰ ਉਹ ਆਪ ਦਿੰਦੇ ਪਏ ਨੇ, ਤੇ ਤੁਹਾਡੇ ਮਸਤਕ ਤੇ ਬੈਠੇ ਨੇ। ਤੁਹਾਡੀ ਸਾਰੀ ਗੱਲਬਾਤ ਦਿਨ ਤੋਂ ਲੈ ਕੇ ਸ਼ਾਮ ਤੱਕ ਨੋਟ ਕਰਦੇ ਨੇ। ਫਿਰ ਐਸਾ ਕੀ ਅਪਰਾਧ ਹੋ ਗਿਆ ਵੀ ਦਰਸ਼ਨ ਨਹੀਂ ਦਿੰਦੇ? ਕੀ ਅਪਰਾਧ ਹੈ? ਇਹੀ ਪੜਚੋਲ ਗੁਰਬਾਣੀ ਕਰਾਉਂਦੀ, ਆਪ ਦਾ ਅਪਰਾਧ ਦੇਖ। ਮਹਾਰਾਜ ਕਹਿੰਦੇ ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਵੀ ਸਾਰੀ ਕਹਾਣੀ ਵੀ ਸੁਣ ਲਈ, ਨਾਮ ਵੀ ਜਪ ਲਈਏ, ਫਿਰ ਵੀ ਦਰਸ਼ਨ ਕਿਉਂ ਨਹੀਂ ਹੁੰਦੇ? ਪੜਚੋਲ ਕਰੀਏ। ਸਾਡੇ ਵਿੱਚ ਕਿਹੜੀ ਕਮੀ ਹੈ ਵੀ ਆਵਾਜ਼ਾਂ ਵੀ ਇੰਨੀ ਉੱਚੀ ਮਾਰਦੇ ਆ, ਅਭਿਆਸ ਵੀ ਕਰਦੇ ਆ, ਗਿਆਨੀ ਵੀ ਬਣੇ ਬੈਠੇ ਆ, ਭੇਖੀ ਵੀ ਬਣੇ ਬੈਠੇ ਆ, ਬੜਾ ਬੜਾ ਸਾਡੇ ਕੋਲ ਸਿੱਖਿਆ ਨੇ, ਬੜੀ ਬੜੀ ਸਾਡੀ ਪਹੁੰਚ ਹੈ, ਸੰਸਾਰ ਵਿੱਚ ਸਾਨੂੰ ਲੋਕ ਜਾਣਦੇ ਨੇ, ਦਰਸ਼ਨ ਕਿਉਂ ਦਿੰਦਾ? ਇਹਦੇ ਵਾਸਤੇ ਗੁਰਬਾਣੀ ਵਿਚਾਰ ਕੇ ਦੇਖੋ ਵੀ ਦਰਸ਼ਨ ਕਿਉਂ ਨਹੀਂ ਦਿੰਦਾ। ਇਹਦੇ ਵਾਸਤੇ ਸੰਤਾਂ ਸਾਧੂਆਂ ਦੇ ਨਾਲ ਮਿਲੋ। ਆਓ ਸੰਤ ਪਿਆਰਿਓ, ਅਕਥ ਕੀ ਕਰੋ ਕਹਾਣੀ, ਕਰੋ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਵੀ ਸੰਤਾਂ ਨਾਲ ਮਿਲ ਕੇ ਵਿਚਾਰ ਕਰਕੇ ਵੇਖੋ ਵੀ ਕਿਹੜੇ ਦੁਆਰੇ ਤੇ ਮਿਲੇਗਾ, ਮਿਲਦਾ ਕਿਉਂ ਨਹੀਂ। ਉਹ ਅੱਗੇ ਬਚਨ ਕਰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਓ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ। ਤੂੰ ਤਨ ਮਨ ਧਨ ਨਹੀਂ ਸੌਂਪਦਾ, ਤੂੰ ਵਿਚਾਰ ਲੈ ਜਾਂਦਾ, ਤੂੰ ਆਪੇ ਵਿੱਚ ਆ ਜਾਂਦਾ, ਫਿਰ ਫੁਰਨਾ ਲੈ ਜਾਂਦਾ। ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਮਾਇਆ ਪਰਮੇਸ਼ਰ ਨੇ ਪ੍ਰਗਟ ਕੀਤੀ ਆ, ਏਕਾ ਮਾਈ ਜੁਗਤ ਵਿਆਈ। ਨਹੀਂ ਅੱਗੇ ਨਹੀਂ ਜਾਣਾ ਅਜੇ, ਪਹਿਲਾਂ ਏਕਾ ਮਾਈ। ਇੱਕ ਨੇ ਮਾਈ ਨੂੰ ਪ੍ਰਗਟ ਕੀਤਾ, ਇੱਕ ਅਕਾਲ ਪੁਰਖ ਨੇ ਮਾਈ ਨੂੰ ਪ੍ਰਗਟ ਕੀਤਾ। ਜੁਗਤ ਵਿਆਈ, ਉਹਨੂੰ ਜੁਗਤੀ ਦਿੱਤੀ ਵੀ ਸੰਸਾਰ ਨੂੰ ਖਿਡਾਉਣ ਦੀ। ਏਕਾ ਮਾਈ ਜੁਗਤ ਵਿਆਈ, ਜੁਗਤੀ ਉਹਦੇ ਚ ਪ੍ਰਗਟ ਕੀਤੀ ਅਕਾਲ ਪੁਰਖ ਨੇ। ਤੇ ਜੁਗਤੀ ਪ੍ਰਗਟ ਕਰਕੇ ਉਹਨੂੰ 3 ਚੇਲੇ ਦਿੱਤੇ ਨੇ ਮਾਈ ਨੂੰ। 3 ਚੇਲੇ ਪ੍ਰਵਾਨ, ਉਹ ਕਿਹੜੇ ਨੇ? ਇੱਕ ਸੰਸਾਰੀ ਸਤੋਗੁਣ ਰਜੋਗੁਣ, ਇੱਕ ਭੰਡਾਰੀ ਸਤੋਗੁਣ, ਇੱਕ ਲਾਏ ਦੀ ਬਾਣ ਤਮੋਗੁਣ। ਰਜੋਗੁਣ ਤਮੋਗੁਣ ਸਤੋਗੁਣ, ਇਹ 3 ਚੇਲੇ ਦੇ ਦਿੱਤੇ। ਫਿਰ ਕਹਿੰਦੇ ਜਿਵ ਤਿਸ ਭਾਵੈ ਤਿਵੇਂ ਚਲਾਵੈ। ਮਾਈ ਨੂੰ ਪ੍ਰਗਟ ਕਰਕੇ ਉਹਨੂੰ ਹੁਕਮ ਦੇ ਰਿਹਾ, 3 ਚੇਲੇ ਦੇ ਕੇ ਉਹ ਆਪ ਚਲਾਉਂਦਾ ਪਿਆ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਫਿਰ ਉਸ ਤੋਂ ਅੱਗੇ ਆਪਾਂ ਆ ਜਾਂਦੇ ਆ, ਉਹ ਵੇਖੇ ਉਹ ਨਾ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਣ। ਇੱਥੇ ਹੀ ਚੱਕਰ ਆ।
ਸਾਰੀ ਖੇਡ ਜਿਹੜੀ ਹੈ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ, ਸਾਰਾ ਅਕਾਲ ਪੁਰਖ ਦਾ ਖੇਡ ਬਣਾ ਕੇ ਉਹ ਵੇਖਣ ਲੱਗਾ, 3 ਚੇਲੇ ਦੇ ਕੇ ਵੇਖਣ ਲੱਗਾ। ਅਸੀਂ ਫਿਰ ਆਪੇ ਉੱਤੇ ਲੈ ਜਾਂਦੇ ਹਾਂ ਕਹਾਣੀ ਵੀ ਮੈਨੂੰ ਪਤਾ ਹੈ ਬਈ ਕਿਸ ਤਰ੍ਹਾਂ ਬੋਲਣਾ ਹੈ, ਮੈਨੂੰ ਪਤਾ ਕਿਵੇਂ ਵੇਖਣਾ ਹੈ, ਮੈਨੂੰ ਪਤਾ ਬਈ ਕੀ ਜਾਂਚ ਹੋਣੀ ਚਾਹੀਦੀ ਹੈ, ਮੈਨੂੰ ਪਤਾ ਕਿਹੜੇ ਗੁਣ ਹੋਣੇ ਚਾਹੀਦੇ ਨੇ, ਮੈਨੂੰ ਪਤਾ ਵੀ ਕਿਵੇਂ ਵਪਾਰ ਕਰਨਾ ਹੈ, ਮੈਨੂੰ ਪਤਾ ਕਿਵੇਂ ਗ੍ਰਿਸ਼ਤ ਨਿਭਾਉਣੀ ਹੈ, ਮੈਨੂੰ ਪਤਾ ਕਿਵੇਂ ਪੈਸਾ ਕਮਾਉਣਾ, ਮੈਨੂੰ ਪਤਾ ਰੱਬ ਨੂੰ ਕੀ ਆਖਣਾ, ਰੱਬ ਨੂੰ ਖੁਸ਼ ਕਰਨ ਦਾ ਮੈਂ ਤਰੀਕਾ ਦੱਸਣਾ ਤੁਹਾਨੂੰ। ਸਵੇਰੇ ਤੜਕੇ 3 ਵਜੇ ਉੱਠ ਕੇ ਇਸ ਤਰ੍ਹਾਂ ਕੇਸੀ ਇਸ਼ਨਾਨ ਕਰਕੇ ਖੱਬੇ ਪਾਸੇ ਨੂੰ ਮੂੰਹ ਕਰਕੇ ਤੇ ਉੱਚੀ ਸਾਰੀ ਬਾਂਗ ਦੇਣੀ, ਫਿਰ ਰੱਬ ਤੁਹਾਨੂੰ ਦਰਸ਼ਨ ਦੇਊਗਾ। ਦੂਜੇ ਨੂੰ ਪੁੱਛੋ, ਆਂਦਾ ਵੀ ਇਸ ਤਰ੍ਹਾਂ ਵੀ ਨਿਰਣੇ ਕਾਲਜੇ 5 ਬਾਣੀਆਂ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਕਰਕੇ ਭੋਗ ਲਵਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਤੂੰ ਬਾਂਗ ਦੇਣੀ, ਫਿਰ ਦਰਸ਼ਨ ਦੇਗਾ। ਤੀਸਰੇ ਨੂੰ ਪੁੱਛ ਲਓ, ਉਹ ਆਂਦਾ ਕੋਈ ਗੱਲ ਨਹੀਂ, ਗੁਰੂ ਸਾਹਿਬ ਨੇ ਬੱਕਰੇ ਝਟਕਾਏ ਸੀ, ਬੱਕਰੇ ਵੀ ਝਟਕਾ ਸਕਦੇ ਆ, ਕੋਈ ਗੱਲ ਨਹੀਂ, ਗੁਰੂ ਸਾਹਿਬ ਨੇ ਘੋਟਾ ਵੀ ਪੀਤਾ ਸੀਗਾ, ਭੰਗ ਵੀ ਪੀ ਸਕਦੇ ਆ, ਕੋਈ ਗੱਲ ਨਹੀਂ, ਗੁਰੂ ਸਾਹਿਬ ਨੇ ਆਖਿਆ ਸੀਗਾ ਵੀ ਇੱਕ ਦੂਜੇ ਨਾਲ ਲੜ ਵੀ ਲਿਆ ਜੀ ਤਾਂ ਵੀ ਲੜ ਸਕਦੇ, ਤੇ ਫਿਰ ਦਰਸ਼ਨ ਦੇਗਾ। ਸਾਰੇ ਯਤਨ ਕਰਕੇ ਦੇਖ ਲੈ ਲੁਕਾਈ ਨੇ, ਪਰ ਮਹਾਰਾਜ ਕਹਿੰਦੇ ਯਤਨ ਨਹੀਂ ਦਿੰਦਾ ਪਿਆ। ਮਹਾਰਾਜ ਕਹਿੰਦੇ ਆਪ ਦੀ ਮਨ ਕੀ ਮਤ ਤਿਆਗੋ ਸੰਤੋ, ਅੱਗੇ ਕਹਿੰਦੇ ਇਹ ਬਾਤ ਕਠੈਣੀ, ਮਨ ਦੀ ਮਤ ਛੱਡ ਦਿਓ। ਮੈਂ ਦਰਸ਼ਨ ਦੇਣਾ ਗਿਆਨ ਤੋਂ ਬਿਨਾਂ, ਮੈਂ ਦਰਸ਼ਨ ਦੇਣਾ ਧਿਆਨ ਤੋਂ ਬਿਨਾਂ, ਮੈਂ ਦਰਸ਼ਨ ਦੇਣਾ ਰਮਲਿਆਂ ਕਮਲਿਆਂ ਨੂੰ, ਮੈਂ ਦਰਸ਼ਨ ਦੇਣਾ ਗੋਬਿੰਦ ਭਾਉ ਭਗਤ ਕਾ ਭੁੱਖਾ, ਮੈਂ ਦੇਣਾ ਜਿਹੜੇ ਮੇਰੇ ਪਿਆਰੇ ਨੇ, ਜਿਹੜੇ ਮੈਨੂੰ ਸਭ ਏੜਾ ਤੇੜਾ ਛੱਡ ਦਿੰਦੇ ਨੇ। ਉਹ ਆਂਦੇ ਸੱਚੇ ਪਾਤਸ਼ਾਹ ਮਸਤਕ ਦੇ ਉੱਤੇ ਬੈਠੇ ਹੋ, ਬਹੁਤਾ ਦੂਰ ਨਹੀਂ, ਨੇਤਰਾਂ ਦੇ ਵਿੱਚ ਸਮਾਏ ਹੋਏ ਬੈਠੇ ਹੋ, ਬਹੁਤਾ ਦੂਰ ਨਹੀਂ। ਨੇਤਰ ਖੋਲਣ ਤੇ ਸਭ ਤੋਂ ਪਹਿਲਾਂ ਤੁਸੀਂ ਹੋ, ਨੇਤਰ ਬੰਦ ਕਰਨ ਤੇ ਸਭ ਤੋਂ ਪਹਿਲਾਂ ਤੁਸੀਂ ਹੋ। ਤਰਸ ਕਰਦੇ ਹੋ, ਮਾੜਾ ਜਿਹਾ ਤਾਂ ਲਸ਼ਕਾਰਾ ਦੇ ਦਿਓ, ਮਾੜਾ ਜਿਹਾ ਤਾਂ ਝਲਕਾਰਾ ਦੇ ਦਿਓ। ਤੇ ਵਿਰਾਗ ਦੇ ਵਿੱਚ ਆ ਕੇ ਉਹ ਫਿਰ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੰਨੇ ਵਿਰਾਗ ਵਿੱਚ ਜਿਹੜਾ ਅਭਿਆਸ ਕਰਦਾ ਕਿਉਂ ਨਹੀਂ ਦਰਸ਼ਨ ਦਿੰਦਾ? ਸਾਹਿਬ ਮੇਰਾ ਸਦਾ ਹੈ ਦੀਸੈ ਸ਼ਬਦ ਕਮਾਏ, ਸ਼ਬਦ ਦੀ ਕਮਾਈ ਕਰੇ ਦਿਆਂਗਾ ਦਰਸ਼ਨ ਉਹਨਾਂ ਨੂੰ। ਤੇ ਅੰਦਰ ਹਉਮੈ ਭਰੀ ਹੋਣ ਕਰਕੇ, ਆਪ ਦੀ ਅਗਿਆਨਤਾ ਭਰੀ ਹੋਣ ਕਰਕੇ, ਅਸੀਂ ਸ਼ਬਦ ਦੀ ਵੀ ਕਮਾਈ ਕਰਨੇ ਆ ਨਾ, ਆਪ ਦੀ ਅਗਿਆਨਤਾ ਦੇ ਮੁਤਾਬਕ ਕਰਨੇ ਆ, ਹਿਸਾਬ ਨਾਲ ਕਰਨੇ ਆ ਆਪਦੇ ਨਾਲ, ਬਈ ਐ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਹੋਣੀ ਚਾਹੀਦੀ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਸਾਨੂੰ ਕਹਿ ਦਿੱਤਾ, ਰਾਮ ਜਪੋ ਜੀ ਐਸੇ ਐਸੇ, ਧੂ ਪ੍ਰਹਲਾਦ ਜਪਿਓ ਹਰ ਜੈਸੇ। ਧਰੂ ਪ੍ਰਹਲਾਦ ਦੀ ਸਾਨੂੰ ਮਿਸਾਲ ਤਾਂ ਦਿੱਤੀ ਏ, ਧਰੂ ਦੀ ਉਮਰ 5 ਸਾਲ ਸੀ, ਪ੍ਰਹਲਾਦ ਦੀ 8 ਸਾਲ ਸੀ। ਵੀ ਉਹਨਾਂ ਕੋਲ ਵਿਦਿਆ ਨਹੀਂ ਸੀ ਸਿੱਖੀ, ਉਹਨਾਂ ਨੂੰ ਕੋਈ ਪੜ੍ਹਨਾ ਨਹੀਂ ਸੀ ਆਉਂਦਾ, ਕੋਈ ਵੇਦ ਸ਼ਸਤਰ ਨਹੀਂ ਸੀ ਪੜ੍ਹਿਆ, ਕੋਈ ਉਹਨਾਂ ਨੂੰ ਬੋਲਣਾ ਨਹੀਂ ਸੀ ਆਉਂਦਾ। 5 ਸਾਲ ਦੇ ਬੱਚੇ ਆਪਾਂ ਦੇਖੀਏ, 6 ਸਾਲ ਦਾ ਬੱਚਾ ਸਕੂਲ ਵਿੱਚ ਸਿੱਖਿਆ ਲਈ ਪਾਇਆ ਜਾਂਦਾ। ਕਿਹੜੇ ਉਹਨਾਂ ਵੇਦ ਪੜ੍ਹੇ ਸੀ, ਕਿਹੜੀਆਂ ਕਹਾਣੀਆਂ ਯਾਦ ਸੀ, ਕਿਹੜੀਆਂ ਰਹਿਤਾਂ ਵਹਿਤਾਂ ਉਹਨਾਂ ਨੇ ਰੱਖੀਆਂ ਸੀ। ਉਹਨਾਂ ਨੇ ਇੱਕ ਨੇਚਾ ਕਰਕੇ, ਵਿਸ਼ਵਾਸ ਕਰਕੇ ਧੂ ਤੇ ਪ੍ਰਹਲਾਦ ਨੇ ਆਵਾਜ਼ ਮਾਰੀ, ਉਹਨਾਂ ਨੂੰ ਦਰਸ਼ਨ ਵੀ ਦਿੱਤੇ, ਉਹਨਾਂ ਦੀ ਸਹਾਇਤਾ ਤੇ ਵੀ ਆਇਆ, ਉਹਨਾਂ ਦੇ ਪਿੱਛੇ ਆ ਕੇ ਸੰਸਾਰ ਦੇ ਵਿੱਚ ਆਪਦੇ ਆਪ ਨੂੰ ਪ੍ਰਗਟ ਕੀਤਾ। ਇਸ ਕਰਕੇ ਸਾਨੂੰ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧੂ ਪ੍ਰਹਲਾਦ ਜਪਿਓ ਹਰ ਜੈਸੇ। ਮਨ ਦੀ ਮਤ ਛੱਡਣੀ ਹੈ, ਵਿਚਾਰ ਛੱਡਣੇ ਨੇ ਆਪਾਂ। ਇਹ ਜਦੋਂ ਆਪਾਂ ਨੂੰ ਵਿਚਾਰ ਆਉਂਦੇ ਨੇ, ਸ਼ਬਦ ਦੀ ਧੁਨ ਵਿੱਚ ਧਿਆਨ ਧਰ ਕੇ ਤੇ ਆਪਦੇ ਮਨ ਨੂੰ ਸਹਿਜ ਦੇ ਵਿੱਚ ਲੈ ਜਾਣਾ। ਸੋ ਆਓ ਫਿਰ ਆਪਾਂ ਗੁਰੂ ਦੇ ਮੰਤਰ ਦਾ ਅਭਿਆਸ ਕਰੀਏ। ਫਿਰ ਉਪਰੰਤ ਆਪਣੀ ਸਮਾਪਤੀ ਹੈ, ਔਰ ਕੱਲ ਦੇ ਦੀਵਾਨਾਂ ਤੋਂ ਬਾਅਦ ਪਰਸੋਂ ਨੂੰ ਇਸ 8 ਰੋਜ਼ਾ ਸਮਾਗਮ ਦੀ ਸਮਾਪਤੀ ਹੋ ਰਹੀ ਹੈ। ਵਾਹਿਗੁਰੂ ਜੀ, ਸੋ ਇਸ ਕਰਕੇ ਆਪਾਂ ਵੱਧੋ ਵੱਧ ਤੁਰਦੇ ਫਿਰਦੇ, ਤੁਸੀਂ ਕਮਰਿਆਂ ਵਿੱਚ ਵੀ ਜਦੋਂ ਜਾਂਦੇ ਹੋ, ਉੱਥੇ ਹੀ ਬੇਨਤੀ ਹੈ ਵੀ ਤੁਸੀਂ ਪਰਿਵਾਰ ਨਾਲ ਆਏ ਹੋ, ਸੰਜੋਗੀਆਂ ਨਾਲ ਆਏ ਹੋ, ਤੇ ਕੋਈ ਦੁਨਿਆਵੀ ਵਿਚਾਰ ਨਾ ਕਰਿਆ ਕਰੋ, ਸਿਮਰਨ ਕਰੋ, ਜਾਂ ਉੱਥੇ ਧਿਆਨ ਦੀ ਖੇਡ ਕਰੋ, ਤੇ ਜਾਂ ਇਕੱਠ ਦੀ ਵਿਚਾਰੀ ਕਰੋ। ਕਿਉਂਕਿ ਕੱਲ ਦਾ ਦਿਨ ਹੋ ਰਹੇ, ਆਪਾਂ ਵੱਧੋ ਵੱਧ ਸਵਾਸ ਜਮ੍ਹਾਂ ਕਰ ਲਈਏ। ਪਰਸੋਂ ਤੋਂ ਅਸੀਂ ਫਿਰ ਆਪਦੇ ਕਰਮ ਦੇ ਦੇਸ਼ ਦੇ ਵਿੱਚ ਵਾਪਸ ਚਲੇ ਜਾਣਾ। ਫਿਰ ਸਾਡੀ ਘਰ ਗ੍ਰਸਤ ਦੀ ਜਿਹੜੀਆਂ ਡਿਊਟੀਆਂ ਨੇ ਉਹ ਸ਼ੁਰੂ ਹੋ ਜਾਣਗੀਆਂ, ਫਿਰ ਸਾਡੇ ਕੋਲ ਉਹ ਵਿਚਾਰ ਆਉਣਗੇ। ਪਰ ਜਿਹੜੇ ਗੁਰਮੁਖ ਇੱਥੇ ਲੋਚ ਕੇ ਜਿਨ੍ਹਾਂ ਨੇ ਧਿਆਨ ਕਰਕੇ ਇਕੱਠਾ ਕਰ ਲਿਆ, ਉਹ ਜਦੋਂ ਕਰਮ ਦੇ ਦੇਸ਼ ਵਿੱਚ ਵਾਪਸ ਜਾਣਗੇ, ਉਹ ਫਿਰ ਆਪ ਦਾ ਬਚਾਅ ਕਰ ਲੈਣਗੇ। ਕਿਉਂਕਿ ਪਹਿਲਾਂ ਸਾਨੂੰ ਬਚਾਅ ਨਹੀਂ ਸੀ ਕਰਨਾ ਆਉਂਦਾ, ਅਸੀਂ ਸੰਗਤ ਵਿੱਚ ਆਉਣ ਤੋਂ ਪਹਿਲਾਂ ਸਿੱਧਾ ਕਰਮ ਦੇ ਦੇਸ਼ 'ਚ ਵਿਚਰਦੇ ਸੀ। ਹੁਣ ਇੱਥੇ ਸਾਨੂੰ ਸੰਗਤ ਵਿੱਚ ਦੱਸ ਦਿੱਤਾ ਗਿਆ ਵੀ ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। ਤੁਸੀਂ ਪਾਰ ਬ੍ਰਹਮ ਦੀ ਸ਼ਰਨ ਵਿੱਚ ਰਹਿਣਾ ਸਾਰਾ ਦਿਨ, ਤੁਹਾਨੂੰ ਤੱਤੀ ਵਾਹ ਨਹੀਂ ਲੱਗੇਗੀ। ਉਹ ਕਿਵੇਂ? ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਉਹ ਰਾਮਕਾਰ ਕਿਵੇਂ ਬਣੇਗੀ? ਚੌਗਿਰਦੇ ਰਾਮ ਦੀ ਕਾਰ ਬਣਾ ਕੇ ਰੱਖਣੀ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਸ਼ਬਦ ਦਾ ਅਭਿਆਸ ਕਰ ਕਰਕੇ ਰੱਖਿਆ ਚੱਕਰ ਬਣਾਈ ਜਾਣਾ।
ਆਪਦੀ ਹਉਮੈ ਨੂੰ ਛੱਡੀ ਜਾਣਾ। ਹਉਮੈ ਵਿੱਚ ਮਾਲਕ ਕਦੇ ਨਹੀਂ ਦਰਸ਼ਨ ਦਿੰਦਾ, ਆਪਦੀ ਅਗਿਆਨਤਾ ਵਿੱਚ ਕਦੇ ਵੀ ਦਰਸ਼ਨ ਨਹੀਂ ਦਿੰਦਾ। ਜੋ ਮਰਜ਼ੀ ਜ਼ੋਰ ਲਾ ਲਓ, ਜਦੋਂ ਵੀ ਦਰਸ਼ਨ ਦਿੰਦਾ ਹੈ ਸੰਤਾਂ ਦੇ ਰਾਹੀਂ ਦਿੰਦਾ ਹੈ, ਸਤ ਸੰਗਤ ਦੇ ਰਾਹੀਂ ਦਿੰਦਾ ਹੈ, ਸਾਧੂਆਂ ਦੇ ਰਾਹੀਂ ਦਿੰਦਾ ਹੈ, ਗੁਰੂ ਦੇ ਰਾਹੀਂ ਦਿੰਦਾ ਹੈ। ਐਵੇਂ ਥੋੜਾ ਨਾ ਉਹਨਾਂ ਨੇ ਲਿਖਿਆ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਇੱਥੇ ਤੱਕ ਹੁਣ ਗੁਰਬਾਣੀ ਗੁਰੂ ਤੋਂ ਵੱਡਾ ਸਾਧ ਕਿਹੜਾ? ਜਿੰਨਾ ਮਰਜ਼ੀ ਆਪਾਂ ਗੁਰਬਾਣੀ ਗੁਰੂ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਆਪਦੀ ਅਗਿਆਨਤਾ ਵਿੱਚ ਜ਼ੋਰ ਲਾਈ ਜਾਈਏ। ਆਪਾਂ ਜਿਵੇਂ ਗੱਲ ਕਰਦੇ ਸੀ ਸ਼ਾਮੀ, ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਉਹ ਸਹਿਜ ਦੀ ਪਿਆਰ ਦੀ ਜੁਗਤੇ। ਉਸ ਤਰ੍ਹਾਂ ਸਾਡੇ ਅੰਦਰ ਅੱਗ ਹੀ ਅੱਗ ਬਲੇਗੀ, ਸਾਡੇ ਅੰਦਰ ਅਗਿਆਨਤਾ ਹੀ ਅਗਿਆਨਤਾ ਪਖੇਗੀ, ਭਰਮ ਹੀ ਭਰਮ ਚੱਲੇਗਾ, ਜੋ ਕਿ ਸਾਨੂੰ ਬਹੁਤ ਜੂਨਾਂ ਦੇ ਵਿੱਚ ਲੈ ਜਾਏਗਾ। ਇਸ ਕਰਕੇ ਅਸੀਂ ਆਪਦੇ ਵਿਚਾਰਾਂ ਤੋਂ ਰਹਿਤ ਹੋ ਕੇ ਆਪਦੇ ਸ਼ਬਦ ਦੀ ਕਮਾਈ ਕਰਨੀ ਹੈ। ਆਓ 5-4 ਮਿੰਟ ਕਰਕੇ ਉਪਰੰਤ ਸਮਾਪਤੀ ਕਰੀਏ ਅੱਜ ਦੇ ਦੀਵਾਨਾਂ ਦੀ। ਕਰੋ ਸ਼ੁਰੂ ਜੀ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਸਾਰਿਆਂ ਨੇ ਬੋਲ ਬੋਲ ਕੇ ਅਭਿਆਸ ਕਰਨਾ, ਕਿਸੇ ਨੇ ਚੁੱਪ ਹੋ ਕੇ ਨਹੀਂ ਬੈਠਣਾ। ਗੁਰੂ ਵਾਹ 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 ਗੁਰੂ। ਆ ਬੇਨਤੀ ਕਰਦੇ ਹੋ, ਸੁੱਤੇ ਪਿਆ ਗੁਰਮੁਖ ਪਿੱਛੇ ਨਾ ਅਭਿਆਸ ਕਰੋ। ਗੁਰੂ ਵਾਹ 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 ਗੁਰੂ। ਗੁਰੂ ਵਾਹ 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 ਗੁਰੂ ਵਾਹ।